ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸ਼੍ਰੀ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਗਨਨ ਕੇ ਨਾਸ਼, ਬਿਗਨਨ ਕੇ ਨਾਸ਼ਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ, ਗੁਰੂ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੁ, ਗੁਰ ਤੇਗ ਬਹਾਦਰ ਪਰਮ ਕਿਰਪਾਲਾ। ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸ਼ਨ ਸੋਇ, ਵਾਹਿਗੁਰੂ ਜੀ ਕੀ ਫਤਿਹ ਹੈ। ਵਿਗਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਸੰਮਤ 16 ਮੈਂ 61 ਹੈ, ਭਾਦਵ ਕੀ ਸੁਧ ਏਕਮ ਜਾਨੋ। ਗ੍ਰੰਥ ਸਮਾਪਤ ਸ੍ਰੀ ਗੁਰ ਕੀਨ, ਮਹਾ ਉਤਸਾਹ ਗੁਰੂ ਕਰ ਠਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਸੁੰਦਰ ਘੜੀਆਂ ਮਹਾਰਾਜ ਜੀਆਂ ਨੇ ਕਿਰਪਾ ਕਰਕੇ ਬਖਸ਼ੀਆਂ ਹਨ। ਆਪ ਸਰਬੱਤ ਸੰਗਤਾਂ ਆਪਣਾ ਮਨੁੱਖਾ ਜਨਮ ਸਤਿਗੁਰ ਜੀਆਂ ਦੇ ਦਰਬਾਰ ਵਿੱਚ ਸਫਲ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਸਮਾਂ ਹੋਇਆ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵਡ ਅਵਰ ਨਾ ਕੋਏ। ਅੰਮ੍ਰਿਤ ਬਾਣੀ ਗੁਰ ਕੀ ਮੀਠੀ, ਗੁਰਮੁਖ ਵਿਰਲਾ ਕਿਨੈ ਚਖ ਡੀਠੀ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਸਾਧ ਸੰਗਤ ਜੀ ਪਿਛਲੇ ਕੁਝ ਦਿਨਾਂ ਤੋਂ ਆਪ ਕਥਾ ਸ਼ਰਵਣ ਕਰਦੇ ਆ ਰਹੇ ਹੋ।
ਜਿਸ ਤਰ੍ਹਾਂ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਬਸਾਇਓ। ਪਵਿੱਤਰ ਅੰਮ੍ਰਿਤ ਗੁਰਬਾਣੀ ਦਾ ਸੰਗ੍ਰਹਿ ਇਕੱਤਰਤਾ ਕੀਤੀ ਹੈ ਤੇ ਸ਼ਬਦ ਗੁਰੂ ਦਾ ਪ੍ਰਕਾਸ਼ ਕਰਕੇ ਗੁਰਸਿੱਖਾਂ ਦੀ ਰਸਨਾ ਤੇ ਸਤਿਗੁਰ ਜੀਆਂ ਨੇ ਵਸਾ ਦਿੱਤਾ ਹੈ। ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਐਸੀ ਅੰਮ੍ਰਿਤ ਸਤਿਗੁਰ ਜੀਆਂ ਦੀ ਬਾਣੀ। ਆਓ ਸਾਧ ਸੰਗਤ ਜੀ, ਜਿਸ ਸਮੇਂ ਸਤਿਗੁਰ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਇਕੱਤਰ ਕਰ ਲੈਂਦੇ ਹਨ ਤੇ ਉਸ ਦਿਨ ਜਿਸ ਤਰ੍ਹਾਂ ਸਿੱਖ ਸੰਗਤਾਂ ਵਿੱਚ ਹਜੂਰ ਸੱਜੇ ਹਨ, ਰਾਮਸਰ ਵਾਲੇ ਅਸਥਾਨ ਤੇ ਮਹਾਰਾਜ ਜੀ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸ੍ਰੇਸ਼ਟ ਜਸ ਉਚਾਰਨ ਕਰਦੇ ਨੇ ਤੇ ਸ੍ਰੇਸ਼ਟ ਸਤਿਗੁਰ ਜੀ ਸਿੱਖਿਆ ਦਿੰਦੇ ਨੇ ਕਿ ਜਦੋਂ ਸਿੱਖਾਂ ਨੇ ਪੁੱਛਿਆ ਹੈ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੌਣ ਹਨ, ਹਜੂਰ ਜਿਸ ਤਰ੍ਹਾਂ ਦੱਸਣਗੇ, ਆਓ ਸਾਧ ਸੰਗਤ ਜੀ ਸਤਿਗੁਰ ਜੀਆਂ ਦੀ ਯਾਦ ਵਸਾਈਏ ਹਿਰਦੇ ਵਿੱਚ, ਸੁਰਤੇ ਲੈ ਚਲੀਏ ਸ਼੍ਰੀ ਰਾਮਸਰ ਸਾਹਿਬ ਵਾਲੇ ਅਸਥਾਨ ਤੇ, ਜਿੱਥੋਂ ਸਾਧ ਸੰਗਤ ਜੀ ਕੱਲ ਵਿਸ਼ਾਲ ਨਗਰ ਕੀਰਤਨ ਰਾਮਸਰ ਵਾਲੇ ਅਸਥਾਨ ਤੋਂ ਚੱਲ ਕੇ ਸ੍ਰੀ ਅਕਾਲ ਤਖਤ ਸਾਹਿਬ ਗੁਰਦੁਆਰਾ ਕੋਠਾ ਸਾਹਿਬ ਵਿਖੇ ਆਇਆ ਹੈ। ਕਿਉਂਕਿ ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਚੌਰ ਸਾਹਿਬ ਦੀ ਸੇਵਾ ਕਰ ਰਹੇ ਸੀ, ਰਾਮਸਰ ਸਾਹਿਬ ਤੋਂ ਦਰਬਾਰ ਸਾਹਿਬ ਸਤਿਗੁਰ ਜੀਆਂ ਦਾ ਸਰੂਪ ਲੈ ਕੇ ਆਏ ਸੀ। ਹਰ ਸਾਲ ਸੰਗਤਾਂ ਬੜੇ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਇਹ ਦਿਨ ਮਨਾਉਂਦੀਆਂ ਹਨ। ਆਓ ਆਪਾਂ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰੀਏ। ਇੱਕ ਦਿਨ ਪਹਿਲਾਂ ਸਤਿਗੁਰ ਜੀ ਰਾਤ ਦੇ ਸਮੇਂ ਸਿੱਖ ਸੰਗਤਾਂ ਦੇ ਵਿੱਚ ਸੱਜੇ ਹਨ। ਇਸ ਮਨੁੱਖਾ ਜਨਮ ਦੇ ਕਲਿਆਣ ਵਾਸਤੇ ਆਪਾਂ ਵੀ ਸਤਿਗੁਰ ਜੀਆਂ ਦੀ ਸੰਗਤ ਵਿੱਚ ਸਜੀਏ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਖਤ ਤੇ ਸੱਜ ਬੈਠੇ ਹਨ। ਸਤਿਗੁਰ ਜੀ ਇਸ ਦੇਹੀ ਦੇ ਕਲਿਆਣ ਵਾਸਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਸੰਮਤ 16 ਮੈਂ 61 ਹੈ। ਕਵੀ ਜੀ ਕਹਿੰਦੇ ਹਨ ਸੰਮਤ 1661 ਭਾਵ ਬਿਕਰਮੀ ਸੰਮਤ ਹੈ ਤੇ ਈਸਵੀ ਦੇ ਹਿਸਾਬ ਨਾਲ ਜੇ 57 ਘਟਾ ਦਿੱਤੇ ਜਾਣ ਤਾਂ 1604 ਈਸਵੀ ਬਣਦੀ ਹੈ। ਇਸ ਤਰ੍ਹਾਂ 2004 ਦੇ ਵਿੱਚ ਸਤਿਗੁਰ ਜੀਆਂ ਦਾ 400 ਸਾਲਾ ਸ਼ਤਾਬਦੀ ਪ੍ਰਕਾਸ਼ ਪਹਿਲਾ ਗੁਰਪੁਰਬ ਮਨਾਇਆ ਗਿਆ ਸੀ। ਹੁਣ 2022 ਵਿੱਚ 418ਵਾਂ ਆਪਾਂ ਮਨਾ ਰਹੇ ਹਾਂ। ਭਾਦਵ ਕੀ ਸੁਧ ਏਕਮ ਜਾਨੋ। ਕਵੀ ਜੀ ਕਹਿੰਦੇ ਹਨ ਭਾਦੋ ਸੁਦੀ ਏਕਮ ਜਾਨੋ, ਜਿਸ ਦਿਨ ਸਤਿਗੁਰ ਜੀਆਂ ਨੇ ਗ੍ਰੰਥ ਸਮਾਪਤ ਸ੍ਰੀ ਗੁਰ ਕੀਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਜੋ ਗੁਰਬਾਣੀ ਇਕੱਤਰ ਕਰਕੇ ਸੰਪੂਰਨਤਾ ਕੀਤੀ ਹੈ। ਮਹਾ ਉਤਸਾਹ ਗੁਰੂ ਘਰ ਠਾਨੋ। ਤੇ ਭਾਰੀ ਸੰਗਤਾਂ ਦੇ ਵਿੱਚ ਉਤਸ਼ਾਹ ਹੈ, ਦਿਲ ਖਿੜ ਗਏ ਹਨ ਤੇ ਗੁਰੂ ਘਰ ਵਿੱਚ ਬਹੁਤ ਰੌਣਕਾਂ ਲੱਗੀਆਂ ਹਨ। ਸੰਗਤ ਦੇਸ਼ ਵਿਦੇਸ਼ਨ ਕੀ ਸੁਣ ਕੇ। ਦੇਸ਼ਾਂ ਵਿਦੇਸ਼ਾਂ ਤੋਂ ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਾ ਹੈ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਬਾਣੀ ਦਾ ਜਹਾਜ਼ ਤਿਆਰ ਕੀਤਾ ਹੈ। ਹਾਂਜੀ, ਮਨ ਆਨੰਦ ਦੀਰਘ ਮਾਨੋ। ਮਨ ਦੇ ਵਿੱਚ ਦੀਰਘ ਭਾਰੀ ਆਨੰਦ ਸਿੱਖ ਸੰਗਤਾਂ ਦੇ ਹੋਇਆ ਹੈ। ਦੇਖਣ ਆਵਤ ਭਾਉ ਵਧਾਵਤ। ਹਿਰਦੇ ਦੇ ਵਿੱਚ ਭਾਉ ਪ੍ਰੇਮ ਭਾਵਨਾ ਸ਼ਰਧਾ ਵਧਾ ਕੇ ਸਤਿਗੁਰੂ ਜੀਆਂ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਆਉਂਦੀਆਂ ਹਨ। ਕੋ ਲਿਖਵਾਵਨ ਕੋ ਹਿਤਵਾਨੋ। ਕੋਈ ਤਾਂ ਚਾਹੁੰਦੇ ਹਨ ਕਿ ਅਸੀਂ ਸਤਿਗੁਰ ਜੀਆਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਚੋਂ ਬਾਣੀ ਲਿਖਵਾ ਲਵਾਂਗੇ।
ਕੋਈ ਕਿਸ ਹਿਤ ਵਾਸਤੇ ਆਉਂਦਾ ਹੈ। ਬੰਨੋ ਆਦਿਕ ਹੈ ਸਿੱਖ ਸੰਗਤ, ਜਿਸ ਸਮੇਂ ਰਾਮਸਰ ਸਾਹਿਬ ਵਾਲੇ ਅਸਥਾਨ ਤੇ ਧੰਨ ਭਾਈ ਬੰਨੋ ਜੀ, ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਧੰਨ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ, ਸਰਬੱਤ ਅੰਮ੍ਰਿਤਸਰ ਸਾਹਿਬ ਦੀਆਂ ਤੇ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਸੰਗਤਾਂ ਆਈਆਂ ਹਨ। ਸ੍ਰੀ ਗੁਰ ਬੈਠ ਦੀਵਾਨ ਲਗਾਇਓ, ਮਹਾਰਾਜ ਜੀਆਂ ਦਾ ਬੜਾ ਭਾਰੀ ਵਿਸ਼ਾਲ ਦਰਬਾਰ ਲੱਗਾ ਹੈ ਤੇ ਦੀਵਾਨ ਦੇ ਵਿੱਚ ਹਰੀ ਦੀ ਕੀਰਤੀ ਗਾਈ ਜਾ ਰਹੀ ਹੈ। ਸ੍ਰੀ ਹਰਿ ਗੋਬਿੰਦ ਪਾਸ ਬਿਰਾਜਤ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਹਜੂਰ ਬਾਲਕ ਅਵਸਥਾ ਵਿੱਚ ਹਨ ਤੇ ਪਾਸ ਸੱਜੇ ਹਨ। ਚੰਦ ਮਨੋ ਪਰਵਾਰ ਸੁਹਾਇਓ, ਕਵੀ ਜੀ ਕਹਿੰਦੇ ਹਨ ਮਾਨੋ ਕਿ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਚੰਨ ਹੋਣ ਤੇ ਜਿਵੇਂ ਨਾਲ ਤਾਰੇ ਸੋਭਾ ਪਾਉਂਦੇ ਨੇ, ਇਹ ਜਿਸ ਤਰ੍ਹਾਂ ਗੁਰਸਿੱਖ ਹਨ ਹਜੂਰ ਦੇ, ਐਸੀ ਤਾਰਿਆਂ ਦੀ ਨਿਆਈ ਆਕਾਸ਼ ਦੇ ਵਿੱਚ ਭਾਰੀ ਫੱਬ ਰਹੇ ਹਨ। ਸੀਖ ਲਗੇ ਸਭ ਕੋ ਤਬ ਦੇਵਨ, ਧੰਨ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਉਸ ਸਮੇਂ ਸਿੱਖ ਸੰਗਤਾਂ ਨੂੰ ਸੀਖ ਦੇਣ ਲੱਗੇ ਨੇ, ਸਿੱਖਿਆ ਦੇਣ ਲੱਗੇ ਹਨ। ਸ਼੍ਰੇ ਭਰਿਓ ਬਚ ਯੂ ਫਰਮਾਇਓ, ਮਹਾਰਾਜ ਜੀ ਸ੍ਰੇਸ਼ਟ ਸਿੱਖਿਆ ਦੇਣ ਲੱਗੇ ਹਨ ਤੇ ਆਪਣੇ ਮੁਖਾਰ ਬਿੰਦ ਤੋਂ ਇਸ ਤਰ੍ਹਾਂ ਹਜੂਰ ਨੇ ਬਚਨ ਫਰਮਾਏ ਹਨ। ਬਾਣੀ ਉਚਰੈ ਸਾਧ ਜਨ, ਅੰਮ੍ਰਿਉ ਚੱਲੈ ਝਰਣੇ, ਅੰਮ੍ਰਿਤ ਦੀ ਸਤਿਗੁਰ ਜੀ ਵਰਖਾ ਹੀ ਕਰ ਰਹੇ ਹਨ। ਗ੍ਰੰਥ ਜਹਾਜ ਸੋ ਭੌਜਲ ਕੋ, ਉਸ ਸਮੇਂ ਸਿੱਖਾਂ ਨੇ ਪੁੱਛਿਆ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ ਆਏ ਹਨ। ਹਜੂਰ ਨੇ ਕਿਹਾ ਹੈ, ਸਿੱਖੋ ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਨ, ਇਹ ਜਹਾਜ਼ ਹਨ ਤੇ ਇਹ ਜੋ ਭਉ ਜਲ, ਇਹ ਭੈਦਾਇਕ ਜੋ ਸੰਸਾਰ ਸਮੁੰਦਰ ਹੈ। ਤਰ ਜਾਤ ਸੁਖੇਨ ਜਿਨੀ ਚਿਤ ਲਾਇਓ, ਉਹ ਸੁਖੈਨ ਇਸ ਸੰਸਾਰ ਦੇ ਵਿੱਚੋਂ ਤਰ ਜਾਣਗੇ ਜੋ ਚਿੱਤ ਲਾ ਕੇ ਸਤਿਗੁਰ ਜੀਆਂ ਦੀ ਗੁਰਬਾਣੀ ਪੜ੍ਹਨਗੇ। ਉਹਨਾਂ ਨੂੰ ਕੋਈ ਦੁੱਖ ਸੁੱਖ ਨਹੀਂ ਪਹੁੰਚ ਸਕੇਗਾ, ਖੁਸ਼ੀ ਗਮੀ ਨਹੀਂ ਪਹੁੰਚ ਸਕੇਗੀ। ਸੋਇਨਾ ਤੇ ਮਿੱਟੀ ਉਹਨਾਂ ਵਾਸਤੇ ਇੱਕ ਹੋਵੇਗਾ ਜਿਹੜਾ ਚਿੱਤ ਲਾ ਕੇ ਸਤਿਗੁਰ ਜੀਆਂ ਦੀ ਗੁਰਬਾਣੀ ਪੜ੍ਹੇਗਾ। ਸ੍ਰੀ ਗੁਰ ਕੇਰ ਸਰੀਰ ਜੋ, ਮਹਾਰਾਜ ਜੀ ਕਹਿੰਦੇ ਹਨ ਜੋ ਸ੍ਰੀ ਗੁਰੂ ਸਾਹਿਬ ਜੀ ਦਾ ਸਰੀਰ ਹੈ, ਸਭ ਥਾਨ ਸਮੈ ਸਭ ਨਾ ਦਰਸਾਹੈ। ਇੱਕ ਸਮੇਂ ਭਾਵ ਸਾਰਿਆਂ ਨੂੰ ਦਰਸ਼ਨ ਨਹੀਂ ਹੋ ਸਕਦੇ। ਭਾਵ ਜਦੋਂ ਪੁੱਛਿਆ ਹੈ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਿਉਂ ਰਚੇ ਹਨ, ਹਜੂਰ ਨੇ ਕਿਹਾ ਇੱਕ ਸਮੇਂ ਗੁਰੂ ਜੀਆਂ ਦਾ ਸਰੀਰ ਇੱਕ ਹੈ, ਸਭ ਦਰਸ਼ਨ ਨਹੀਂ ਕਰ ਸਕਦੇ। ਗ੍ਰੰਥ ਰਿਦਾ ਗੁਰ ਕੋ ਇਹ ਜਾਣੋ, ਤੇ ਅੱਜ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਇੱਥੇ ਵੀ ਕਰ ਲੈਨੇ ਹਾਂ ਤੇ ਕਿਸੇ ਵੀ ਦੇਸ਼ 'ਚ ਹੋਈਏ ਉੱਥੇ ਸਤਿਗੁਰ ਜੀਆਂ ਦੇ ਦਰਸ਼ਨ ਕਰ ਲਈਦੇ ਹਨ। ਫਿਰ ਸਿੱਖਾਂ ਨੇ ਪੁੱਛਿਆ ਹੈ, ਹਜੂਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੌਣ ਹਨ? ਜਿੱਦਾਂ ਆਪਾਂ ਕਹਿੰਦੇ ਹਨ ਤੂੰ ਤਾਂ ਮੇਰਾ ਦਿਲ ਹੈ, ਹਿਰਦਾ ਹੈ। ਧੰਨ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਬਚਨ ਕਹੇ ਹਨ, ਗ੍ਰੰਥ ਹਿਰਦਾ ਗੁਰ ਕੋ ਇਹੋ ਜਾਨੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡਾ ਹਿਰਦਾ ਹੈ, ਸਾਡਾ ਦਿਲ ਹੈ। ਉੱਤਮ ਹੈ ਸਭ ਕਾਲ ਰਹਿ ਹੈ, ਤੇ ਸ੍ਰੀ ਗੁਰੂ ਜੀ ਉੱਤਮ ਹਨ ਤੇ ਸਭ ਕਾਲਾਂ ਦੇ ਵਿੱਚ ਸਤਿਗੁਰ ਜੀਆਂ ਦੀ ਬਾਣੀ ਰਹੇਗੀ, ਜੁਗੋ ਜੁਗ ਅਟਲ ਹਨ। ਮੇਰੇ ਸਰੂਪ ਤੇ ਜਾਂ ਤੇ ਹੈ, ਹਜੂਰ ਨੇ ਕਿਹਾ ਮਮ ਸਰੂਪ ਤੇ ਜਾਂ ਤੇ ਹੈ ਦੀਰਘ। ਸਾਡੇ ਸਰੂਪ ਤੋਂ ਵੀ ਗੁਰਸਿੱਖੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਡੇ ਹਨ। ਇਹ ਹਜੂਰ ਮਾਣ ਵਡਿਆਈ ਬਖਸ਼ਦੇ ਹਨ। ਸਾਹਿਬ ਜਾਨ ਅਦਾਇਬ ਕਹਿ, ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੂੰ ਸਾਹਿਬ ਜਾਣ ਕੇ, ਗੁਰੂ ਜਾਣ ਕੇ ਇਹਨਾਂ ਦਾ ਅਦਬ ਰੱਖਣਾ ਹੈ। ਪੂਜੋ ਚੰਦਨ ਕੇਸਰ ਕੋ ਕਸ ਧੂਪ, ਇਹਨਾਂ ਦੀ ਜੋ ਪੂਜਾ ਕਰਨੀ ਹੈ ਕੇਸਰ ਚੰਦਨ ਧੂਪ ਤੁਖਾ ਕੇ। ਇਹ ਸਾਧ ਸੰਗਤ ਜੀ ਕੋਈ ਮਨਮਤ ਨਹੀਂ ਹੈ, ਇਹ ਤਾਂ ਸੁਚਮਤਾ ਦੇ ਚਿੰਨ ਮੰਨੇ ਜਾਂਦੇ ਨੇ। ਜਿਸ ਤਰ੍ਹਾਂ ਸਾਫ਼ ਸਫਾਈ ਰੱਖੀ ਦੀ ਹੈ, ਕੇਸਰ ਚੰਦਨ ਧੂਪ ਆਦਿਕ, ਹਜੂਰ ਕਹਿੰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਇਸ ਤਰ੍ਹਾਂ ਸੇਵਾ ਕਰਨੀ ਹੈ। ਧੂਪ ਤੁਖਾਏ ਕੈ ਫੂਲ ਚੜ੍ਹੈ ਹੈ, ਧੂਪ ਤਖਾਉਣੀ ਹੈ ਤੇ ਸਤਿਗੁਰ ਜੀਆਂ ਨੂੰ ਫੁੱਲ ਚੜਾਉਣੇ ਨੇ।
ਜੇ ਅੱਜ ਕਹਿ ਦਿੰਦੇ ਨੇ ਦਰਬਾਰ ਸਾਹਿਬ ਤੇ ਇਹਨੇ ਫੁੱਲ ਲਾਉਣ ਦਾ ਕੀ ਫਾਇਦਾ। ਸਾਧ ਸੰਗਤ ਜੀ ਉਹਨਾਂ ਫੁੱਲਾਂ ਦੀ ਵੀ ਕਲਿਆਣ ਹੋ ਜਾਂਦੀ ਹੈ ਸਤਿਗੁਰ ਜੀਆਂ ਦੇ ਦਰਬਾਰ ਵਿੱਚ। ਜੋ ਲਿਖ ਲਹਿ ਭਲੇ ਤਬ ਸੋਧਹਿ। ਮਹਾਰਾਜ ਜੀਆਂ ਨੇ ਕਿਹਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਲਿਖੇਗਾ ਅੱਖਰ ਸੋ ਲਗ ਕੀ ਚੁਕ ਮਸਾਈ। ਤੇ ਉਸ ਨੂੰ ਸੋਧਣਾ ਹੈ ਤੇ ਅੱਖਰ ਲਗਾ ਮਾਤਰਾ ਦੀ ਐ ਚੁਕਨਾਹੀ ਰੱਖ ਕੇ, ਭਾਵ ਇੱਕ ਵੀ ਲਗਾ ਮਾਤਰ ਵੱਧ ਨਹੀਂ ਹੋਣੀ ਚਾਹੀਦੀ। ਕਿਉਂਕਿ ਸਾਧ ਸੰਗਤ ਜੀ ਮਹਾਰਾਜ ਜੀਆਂ ਦਾ ਕੱਲਾ ਕੱਲਾ ਸ਼ਬਦ ਹਜੂਰ ਦਾ ਰੋਮ ਹੈ। ਗੁਰੂ ਗ੍ਰੰਥ ਜੀ ਅੰਤਰਜਾਮੀ ਮਨ ਕੀ ਜਾਣ ਉਪਦੇਸਤ ਸੁਆਮੀ, ਪ੍ਰਤੱਖ ਗੁਰੂ ਹੈ ਤਾਰਨਹਾਰੇ, ਅੱਖਰ ਰੋਮ ਰੋਮ ਜਿਨ ਧਾਰੇ। ਸਤਿਗੁਰ ਜੀਆਂ ਦਾ ਕੱਲਾ ਕੱਲਾ ਅੱਖਰ ਸਤਿਗੁਰ ਜੀਆਂ ਦਾ ਰੋਮ ਹੈ। ਪਾਠ ਸਮਸਤ ਕਰੈ ਬੁੱਧ ਸੋ ਪਿਖ। ਜੋ ਵੀ ਮਹਾਰਾਜ ਜੀਆਂ ਦਾ ਪਾਠ ਕਰਦਾ ਹੈ, ਹਜੂਰ ਨੇ ਕਿਹਾ ਹੈ ਨਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਾਵਧਾਨ ਹੋ ਕੇ ਬੜੇ ਪ੍ਰੇਮ ਦੇ ਨਾਲ ਲਗਾ ਮਾਤਰਾ ਲਾ ਕੇ ਸ਼ੁੱਧ ਸੰਥਿਆ ਲੈ ਕੇ ਸਤਿਗੁਰ ਜੀਆਂ ਦੀ ਗੁਰਬਾਣੀ ਪੜ੍ਹਨੀ ਹੈ। ਪੂਰਬ ਕੇ ਸਮ ਲੇਹ ਬਣਾਈ। ਤੇ ਜੇ ਲਿਖਦੇ ਹਨ ਤਾਂ ਲਗਾ ਮਾਤਰਾ ਦੇਖ ਕੇ, ਜਿਸ ਤਰ੍ਹਾਂ ਜੇ ਕੋਈ ਰਹਿ ਜਾਂਦੀ ਹੈ ਤਾਂ ਪੂਰੀ ਕਰ ਲੈਣੀ ਹੈ। ਆਪ ਤੇ ਘਾਟ ਨਾ ਬਾਦ ਕਰੈ। ਤੇ ਆਪਣੇ ਆਪ ਵਿੱਚ ਨਾ ਹੀ ਕੋਈ ਅੱਖਰ ਲਗਾ ਮਾਤਰ ਘੱਟ ਕਰਨੀ ਹੈ, ਨਾ ਹੀ ਵੱਧ ਕਰਨੀ ਹੈ। ਇਹ ਕਿਸੇ ਨੂੰ ਅਧਿਕਾਰ ਨਹੀਂ ਹੈ। ਜੇ ਕਰੈ ਹੁਏ ਮੂਰਖ ਸੋ ਪਛਤਾਈ। ਜੇ ਕੋਈ ਕਰੇਗਾ, ਜਿਸ ਤਰ੍ਹਾਂ ਰਾਗਮਾਲਾ ਹੀ ਕਹਿੰਦੇ ਨਹੀਂ ਹੈ, ਤਾਂ ਹਜੂਰ ਕਹਿੰਦੇ ਹਨ ਉਹ ਪਛਤਾਉਣਗੇ। ਬੇਅੰਤ ਇਤਿਹਾਸ ਵਿੱਚ ਵੀ ਜ਼ਿਕਰ ਆਉਂਦੇ ਨੇ, ਇਹ ਧੁਰ ਕੀ ਬਾਣੀ ਆਈ। ਹਜੂਰ ਕਹਿੰਦੇ ਹਨ ਧੁਰ ਕੀ ਬਾਣੀ ਆਈ ਹੈ, ਧੁਰੋਂ ਹੀ ਆਈ ਹੈ ਤੇ ਸਤਿਗੁਰ ਜੀਆਂ ਦੇ ਮੁਖ ਤੋਂ ਪ੍ਰਗਟ ਹੋਈ ਹੈ। ਇਹ ਬਾਣੀ ਪਹਿਲਾਂ ਵੀ ਸੀ, ਜਿਸ ਤਰ੍ਹਾਂ ਆਪ ਜੀਆਂ ਨੇ ਓੰਕਾਰ ਦੇ ਅਰਥ ਸ਼ਰਵਣ ਕੀਤੇ ਸੀ। ਪ੍ਰਥਮੇ ਓੰਕਾਰ ਤਿਨ ਕਹਾ, ਸੋ ਧੁਨ ਪੂਰ ਜਗਤ ਮੈਂ ਰਹਾ। ਸਭ ਦੀ ਉਤਪੰਨੀ ਇਸ ਧੁਨ ਤੋਂ ਹੋਈ ਹੈ। ਤੇ ਹਜੂਰ ਨੇ ਬਾਣੀ ਸੰਸਾਰ ਦੇ ਵਿੱਚ ਪ੍ਰਗਟ ਕਰਕੇ ਕਲਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰਹੁ। ਧੰਨ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਇਸ ਕਲਯੁਗ ਦੇ ਵਿੱਚ ਬਾਣੀ ਦਾ ਜਹਾਜ਼ ਹੀ ਤਿਆਰ ਕਰ ਦਿੱਤਾ ਹੈ। ਹਜੂਰ ਕਹਿੰਦੇ ਹਨ ਜੇ ਕੋਈ ਬਾਧ ਘਾਟ ਕਰੇਗਾ, ਨਾ ਘਾਟ ਹੈ ਨਾ ਬਾੜ ਹੈ, ਨਾ ਬਾੜ ਘਾਟ ਹੋਤ ਹੈ। ਨਾ ਹੀ ਗੁਰਬਾਣੀ ਵਿੱਚ ਕੋਈ ਵੱਧ ਘੱਟ ਕਰ ਸਕਦਾ ਹੈ, ਨਾ ਹੀ ਹੋ ਸਕਦੀ ਹੈ। ਜੇ ਕੋਈ ਕਰੇਗਾ ਤਾਂ ਮੂਰਖ ਪਛਤਾਵੇਗਾ। ਔਰ ਬਣਾਏ ਨਵੋ ਨਾ ਲਿਖੈ ਵਿੱਚ ਕਾਬੈ। ਤੇ ਨਾ ਹੀ ਆਪਣੀ ਕੋਈ ਨਵੀਂ ਬਣਾ ਕੇ ਇਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਬਾਣੀ ਦਰਜ ਕਰਨੀ ਹੈ। ਰਚੈ ਸੋ ਰਚੂ ਪ੍ਰਿਥਕਾਈ। ਤੇ ਮਹਾਰਾਜ ਜੀ ਕਹਿੰਦੇ ਹਨ ਜੇ ਕੋਈ ਆਪਣੀ ਗੁਰਸਿੱਖ ਪ੍ਰੇਮ ਤੇ ਭਾਵਨਾ ਨਾਲ ਬਾਣੀ ਲਿਖਦਾ ਹੈ ਤਾਂ ਉਹ ਕਿਸੇ ਹੋਰ ਜਗ੍ਹਾ ਤੇ ਲਿਖ ਲਵੇ। ਮਹਾਰਾਜ ਜੀਆਂ ਦੀ ਉਸਤਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਨਹੀਂ ਲਿਖਣੀ ਹੈ। 14 ਲੋਕ ਤੇ ਹੋਏ ਬਲੀ। ਮਹਾਰਾਜ ਜੀ ਕਹਿੰਦੇ ਹਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ 14 ਲੋਕ 7 ਆਕਾਸ਼ ਤੇ 7 ਪਤਾਲ ਮੰਨੇ ਜਾਂਦੇ ਹਨ, ਉਹਨਾਂ ਦੇ ਵਿੱਚ ਜੋ ਭਾਰੀ ਬਲੀ ਸਤਿਗੁਰ ਜੀ ਅੱਗੇ ਆਉਣਗੇ। ਬਲ ਕੋ ਜਰ ਜਾਏ ਹਿਰਦੈ ਮਹਿ ਜੋਈ। ਜਿਹੜੇ ਐਸਾ ਬਲ ਹੋਵੇਗਾ ਹਿਰਦੇ ਵਿੱਚ ਆਪਣੀਆਂ ਸ਼ਕਤੀਆਂ ਨੂੰ ਜਰ ਕੇ ਰੱਖਣਗੇ। ਸੋ ਉਪਕਾਰ ਕੇ ਕਾਰਨ ਕੋ ਸਿਰ ਦੇ। ਉਹ ਆਪਣੇ ਉਪਕਾਰ ਦੇ ਵਾਸਤੇ ਭਾਵੇਂ ਜਗਤ ਜਲੰਦਿਆਂ ਨੂੰ ਰੱਖਣ ਵਾਸਤੇ ਆਪਣਾ ਸਿਰ ਦੇ ਦੇਣਗੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ, ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ, ਬਾਹੇ ਨਾ ਛੋਡੀਐ। ਗੁਰ ਤੇਗ ਬਹਾਦਰ ਬੋਲਿਆ ਧਰ ਪਈਐ ਧਰਮ ਨਾ ਛੋਡੀਐ। ਹੋਏ ਸਨਮੁਖ ਧੀਰ ਤਰੋਈ। ਮਹਾਰਾਜ ਜੀ ਆਪਣਾ ਸੀਸ ਤਾਂ ਦੇ ਦੇਣਗੇ, ਪਰ ਐਸਾ ਧੀਰਜ ਧਰਤੀ ਨਾਲੋਂ ਵੱਡਾ ਰੱਖਣਗੇ। ਸਭ ਸ਼ਕਤੀਆਂ ਨੂੰ ਆਪਣੇ ਹਿਰਦੇ ਵਿੱਚ ਸਮਾ ਲੈਣਗੇ। ਆਪਣੀ ਬਾਣੀ ਚੜਾਵੈ ਸੋ ਇੱਕ। ਉਹ ਆ ਕੇ ਆਪਣੀ ਬਾਣੀ ਚੜਾਵਣਗੇ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਇੱਕ ਜੋਤ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ। ਇਹ ਜੋ ਕਰਤਾਰਪੁਰ ਸਾਹਿਬ ਵਾਲੀ ਬੀੜ ਹੈ, ਇਸ ਵਿੱਚ ਪਹਿਲੇ 5 ਸਤਿਗੁਰ ਜੀਆਂ ਦੀ ਬਾਣੀ ਹੈ। ਫਿਰ ਇਸ ਤੋਂ ਉਪਰੰਤ 10ਵੇਂ ਪਾਤਸ਼ਾਹ ਜੀਆਂ ਨੇ ਜਿਸ ਸਮੇਂ
ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਨਾਂਦੇੜ ਮਹਾਰਾਸ਼ਟਰਾ ਜੀਆਂ ਦੀ ਧਰਤੀ ਤੇ ਸਤਿਗੁਰ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਬਖਸ਼ੀ ਹੈ। ਉਹ ਦਮਦਮਾ ਸਾਹਿਬ ਵਾਲੀ ਬੀੜ ਹੈ ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਗੁਰੂ ਘਰਾਂ ਵਿੱਚ ਪ੍ਰਕਾਸ਼ ਹੁੰਦੇ ਨੇ, ਆਰੰਭ 'ਚ ਲਿਖਿਆ ਹੁੰਦਾ ਹੈ। ਇਸ ਬੀੜ ਦੀ ਸੁਧਾਈ ਦਮਦਮਾ ਸਾਹਿਬ ਵਾਲੀ ਬੀੜ ਤੋਂ ਕੀਤੀ ਗਈ ਹੈ। ਭਾਵ ਉਹਦੇ ਨਾਲ ਇਹ ਬੀੜ ਮੇਲ ਖਾਂਦੀ ਹੈ। ਤੇ ਹਜੂਰ ਸਾਧ ਸੰਗਤ ਜੀ ਪਹਿਲੇ 5 ਪਾਤਸ਼ਾਹੀਆਂ ਜੀਆਂ ਦੀ ਬਾਣੀ ਦਰਜ ਹੈ। 6ਵੇਂ ਪਾਤਸ਼ਾਹ ਜੀਆਂ ਨੇ ਜੋ 22 ਵਾਰਾਂ ਹਨ, ਉਹਨਾਂ ਵਿੱਚੋਂ 9 ਵਾਰਾਂ ਦੀ ਧੁਨੀ ਸਤਿਗੁਰ ਜੀਆਂ ਨੇ ਚੜ੍ਹਾਈ ਹੈ। ਟੁੰਡੇ ਅਸ ਰਾਜੇ ਕੀ ਧੁਨੀ ਇਤਿਆਦਿਕ ਧੁਨਾ। ਫਿਰ 9ਵੇਂ ਪਾਤਸ਼ਾਹ ਜੀਆਂ ਦੀ ਬਾਣੀ ਹੈ ਤੇ 10ਵੇਂ ਪਾਤਸ਼ਾਹ ਜੀਆਂ ਦਾ ਦੋਹਰਾ ਜਿਹੜਾ ਆਉਂਦਾ ਹੈ, ਬਲ ਛੁੱਟ ਕੇ ਉਹ ਬੰਧਨ ਪਰੇ ਸਭ ਕਿਛ ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ। ਇਹ ਸਤਿਗੁਰ ਜੀਆਂ ਦਾ ਦੋਹਰਾ ਹੈ ਜੋ ਹਜੂਰ ਨੇ 9ਵੇਂ ਪਾਤਸ਼ਾਹ ਜੀਆਂ ਦੇ ਸਰਲੇਖ ਥੱਲੇ ਹੀ ਲਿਖ ਦਿੱਤਾ ਹੈ। ਇਸ ਤਰ੍ਹਾਂ 8 ਪਾਤਸ਼ਾਹੀਆਂ ਜੀਆਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚ ਦਰਜ ਹੈ। ਬਾਦ ਵਿਵਾਦ ਨਾ ਕਾਹੂ ਸੋ ਕੀਜੈ ਰਸਨਾ ਰਾਮ ਰਸਾਇਣ ਪੀਜੈ। ਜੇ ਕਿਸੇ ਨੂੰ ਨਹੀਂ ਯਕੀਨ ਆਉਂਦਾ ਤਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਤਿੱਕਰ ਸਭ ਇੱਕ ਜੋਤ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਜਾਣ ਕੇ ਕਿਸੇ ਨਾਲ ਝਗੜਾ ਨਹੀਂ ਕਰਨਾ ਚਾਹੀਦਾ। ਰਸਨਾ ਦੇ ਨਾਲ ਰਾਮ ਦੇ ਨਾਮ ਦਾ ਰਸਾਇਣ ਅੰਮ੍ਰਿਤ ਪੀਣਾ ਚਾਹੀਦਾ ਹੈ। ਧੁਰ ਕੀ ਬਾਣੀ ਜਾਣ ਕੇ ਸਤਿਗੁਰ ਜੀਆਂ ਦੀ ਪੜ੍ਹਨੀ ਚਾਹੀਦੀ ਹੈ। ਝਗੜਾ ਨਹੀਂ ਕਰਨਾ ਚਾਹੀਦਾ। ਕਲਿਆਣ ਹੋ ਜਾਵੇਗੀ। ਹੋਏ ਇਸੋ ਨਹਿ ਦੂਸਰ ਕੋਈ। ਮਹਾਰਾਜ ਜੀ ਕਹਿੰਦੇ ਹਨ ਸਤਿਗੁਰ ਜੀ ਬਾਣੀ ਚੜ੍ਹਾ ਸਕਦੇ ਨੇ ਅੱਗੇ ਆਉਣ ਵਾਲੇ ਭਵਿੱਖ ਵਿੱਚ। ਉਹਨਾਂ ਤੋਂ ਸਿਵਾ ਹੋਰ ਕੋਈ ਦੂਸਰਾ ਨਹੀਂ ਹੈ। ਪੂਜਹਿ ਜੋ ਇਸ਼ ਧਾਰ ਸੋ ਪੂਜਹਿ। ਮਹਾਰਾਜ ਜੀ ਕਹਿੰਦੇ ਹਨ ਜੋ ਸਤਿਗੁਰ ਜੀਆਂ ਨੂੰ ਇੱਛਾ ਕੋਈ ਵੀ ਧਾਰ ਕੇ ਸਤਿਗੁਰ ਜੀਆਂ ਦੀ ਪੂਜਾ ਸੇਵਾ ਕਰੇਗਾ, ਸ਼੍ਰੇਅ ਲਹੈ ਜਮ ਪੀਰ ਨ ਹੋਈ। ਸ੍ਰੇਸ਼ਟ ਫਲ ਨੂੰ ਪ੍ਰਾਪਤ ਕਰੇਗਾ ਤੇ ਜਮਾਂ ਦੀ ਉਹਨਾਂ ਨੂੰ ਪੀੜ ਨਹੀਂ ਹੋਵੇਗੀ। ਪਾਠ ਕਰੈ ਕੇ ਸੁਨੈ ਮਨ ਇੱਕ ਹਵੈ। ਤੇ ਜੇ ਪਾਠ ਕਰਨਾ ਹੈ ਤੇ ਸੁਣਨਾ ਹੈ, ਗੁਰਸਿੱਖੋ ਇੱਕ ਮਨ ਚਿਤ ਬਿਰਤੀ ਕਾਗਰ ਕਰਕੇ ਸਤਿਗੁਰ ਜੀਆਂ ਦੀ ਬਾਣੀ ਸੁਣਨਾ ਚਾਹੀਦੀ ਹੈ। ਏਕ ਹਵੈ ਹੀ ਉਪਦੇਸ਼ ਵਸਾਵਹ ਗੋ। ਤੇ ਹਿਰਦੇ ਦੇ ਵਿੱਚ ਹਜੂਰ ਦਾ ਉਪਦੇਸ਼ ਜੋ ਵਸਾਵੇਗਾ, ਸੋ ਜਗ ਬੰਧਨ ਛੇਦਨ ਕੈ ਨਰ। ਉਹ ਇਸ ਸੰਸਾਰ ਦੇ ਬੰਧਨ ਛੇਦ ਦਵੇਗਾ। ਸੰਸਾਰ ਦੀਆਂ ਸਭ ਮੁਸੀਬਤਾਂ ਤੇ ਖੁਸ਼ੀਆਂ ਦੇ ਜੋ ਬੰਧਨ ਹਨ, ਇਹ ਜੀਵ ਨੂੰ ਬੰਧਨ ਹੀ ਪੈਣੇ ਨਾ। ਖੁਸ਼ੀ ਵਿੱਚ ਖੁਸ਼ ਹੋ ਜਾਂਦਾ ਹੈ। ਫਿਰ ਹਜੂਰ ਨੇ ਗੁਰਬਾਣੀ ਵਿੱਚ ਬੰਧਨ ਦੱਸੇ ਨੇ। ਇਹ ਜੋ ਇਸਤਰੀ ਤੇ ਕੰਚਨ ਮਾਇਆ ਦੇ ਬੰਧਨ ਪਏ ਨੇ, ਮਹਾਰਾਜ ਜੀ ਕਹਿੰਦੇ ਹਨ ਜੋ ਬਾਣੀ ਪ੍ਰੇਮ ਦੇ ਨਾਲ ਪੜੇਗਾ, ਇਹ ਸੰਸਾਰ ਦੇ ਬੰਧਨ ਸਭ ਕੱਟ ਦਵੇਗਾ। ਅੰਤ ਗਤੀ ਸ਼ੁਭ ਪਾਵਹਿ ਗੋ। ਅੰਤ ਨੂੰ ਸ਼ੁਭ ਗਤੀ ਨੂੰ ਪਾਉਣਾ ਕਰੇਗਾ। ਸੱਚਖੰਡ ਦਾ ਵਾਸੀ ਹੋਵੇਗਾ। ਮੁਕਤ ਪਦਾਰਥ ਨੂੰ ਪਾਵੇਗਾ। ਤੇ ਸਤਿਗੁਰ ਜੀਆਂ ਨੇ ਬੇਅੰਤ ਵਿਸ਼ੇਸ਼ਤਾ ਬਾਣੀ ਦੀ ਜਣਾਈ ਹੈ। ਜਿਸ ਸਮੇਂ ਪ੍ਰਾਣੀ ਚੜ੍ਹਾਈ ਕਰਦਾ ਹੈ, ਕਿਉਂਕਿ ਸਾਧ ਸੰਗਤ ਜੀ ਸਮਾਂ ਥੋੜਾ ਹੈ, ਸਤਿਗੁਰ ਜੀਆਂ ਨੇ ਦੱਸਿਆ ਹੈ ਜਿਸ ਸਮੇਂ ਕੋਈ ਜੀਵ ਚੜ੍ਹਾਈ ਕਰਦਾ ਹੈ ਉਸ ਸਮੇਂ ਵੀ ਹਜੂਰ ਦੀ ਗੁਰਬਾਣੀ ਦਾ ਪਾਠ ਕਰਨਾ ਹੈ। ਇਸੇ ਤਰ੍ਹਾਂ ਜਦੋਂ ਕੋਈ ਜੀਵ ਚੜ੍ਹਾਈ ਕਰੇ, ਸ਼ਲੋਕ ਸਹਿਸਕ੍ਰਿਤੀ ਤੇ ਜੈਤ ਸ੍ਰੀ ਕੀ ਵਾਰ ਦਾ ਕਥਾ ਘਰ ਵਿੱਚ ਜਿਸ ਤਰ੍ਹਾਂ ਸਾਧ ਸੰਗਤ ਜੀ ਕਰਨ ਦੀ ਮਰਿਆਦਾ ਸੰਪਰਤਾ ਵਿੱਚ ਵੀ ਦੱਸੀ ਜਾਂਦੀ ਹੈ। ਇਤਿਆਦਿਕ ਕਿਉਂਕਿ ਕਈ ਪ੍ਰਸ਼ਨ ਕਰਦੇ ਨੇ ਨਾ, ਜਿਹੜਾ ਮਾਰੀ ਗਿਆ ਤੇ ਫਿਰ ਉਹਨੇ ਬਾਣੀ ਕਿਹੜਾ ਸੁਣਨੀ ਹੈ, ਕਿਉਂਕਿ ਤੁਸੀਂ ਤਾਂ ਕਹਿ ਦਿੰਦੇ ਹੋ ਜਿਹੜਾ ਮਰ ਜਾਂਦਾ ਹੈ ਕੁਝ ਵੀ ਉਹਦੇ ਨਾਲ ਨਹੀਂ ਜਾਂਦਾ। ਪਰ ਸਾਧ ਸੰਗਤ ਜੀ ਜੋ ਇਹ ਧੁਰ ਕੀ ਬਾਣੀ ਹੈ, ਇਸ ਦੀ 3 ਕਾਲਾਂ ਦੇ ਵਿੱਚ ਤੇ ਤਰਲੋਕੀ ਵਿੱਚ ਗਮਤਾ ਹੈ। 3 ਕਾਲਾਂ ਵਿੱਚ ਸਤਿਗੁਰ ਜੀਆਂ ਦੀ ਬਾਣੀ ਜਾ ਸਕਦੀ ਹੈ। ਜਿਸ ਨਰ ਦੇ ਪ੍ਰਥਾਏ ਫਿਰ ਪਾਠ ਕੀਤਾ ਜਾਵੇ, ਇਹ ਕਥਾ ਹੋਵੇ, ਉਸ ਨੂੰ ਸਾਧ ਸੰਗਤ ਜੀ ਇਸ ਬਾਣੀ ਦਾ ਜ਼ਰੂਰ ਫਲ ਮਿਲਦਾ ਹੈ। ਸੰਤ ਮਹੰਤ ਚਹਿ ਨਹਿ ਜੂ। ਮਹਾਰਾਜ ਜੀ ਕਹਿੰਦੇ ਹਨ ਔਰ ਕਹਾਂ ਲੱਗ ਜੇ ਜਗ ਕਾਰਜ। ਸੰਸਾਰ ਦੇ ਵਿੱਚ ਜਿੰਨੇ ਵੀ ਕੋਈ ਕਾਰਜ ਹੋਣ,
ਕੋਈ ਕਾਰਜ ਅੜ ਗਿਆ ਹੋਵੇ। ਪਾਠ ਕਰੇ ਸਿੱਧ ਹੋਵਹਿੰਗੇ। ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਪਾਠ ਕਰੋਗੇ ਸਭ ਕਾਰਜ ਸਿੱਧ ਹੋ ਜਾਵਣਗੇ। ਸੰਤ ਮਹੰਤ ਚਹੈ ਨਹਿਜੂ। ਜਿਸ ਪਦਵੀ ਨੂੰ ਸੰਤ ਤੇ ਮਹੰਤ ਮਹਾਨ ਆਤਮਾਵਾਂ ਸਦਾ ਚਾਹੁੰਦੀਆਂ ਹਨ। ਪਠ ਪ੍ਰੇਮ ਕਰੇ ਪ੍ਰਭ ਜੋ ਵਹਿੰਗੇ। ਜੋ ਪ੍ਰਭੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਦਾ ਪਾਠ ਕਰੇਗਾ ਸਭ ਫਲ ਹਜੂਰ ਦੀ ਬਾਣੀ ਵਿੱਚੋਂ ਪ੍ਰਾਪਤ ਹੋਣਗੇ। ਦਇਓਸ ਨਿਸਾ ਸਿਮਰੈ ਸਤਨਾਮ। ਤੇ ਰਾਤ ਦਿਨ ਸਤਨਾਮ ਜੋ ਗੁਰਸਿੱਖ ਸਿਮਰਦਾ ਹੈ। ਕੇ ਗ੍ਰੰਥ ਪਠੈ ਅਗ ਖੋਵਹਿੰਗੇ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਦਾ ਪਾਠ ਕਰੇਗਾ ਸਭ ਅਗ ਭਾਵ ਪਾਪ ਉਹਨਾਂ ਦੇ ਨਾਸ਼ ਹੋ ਜਾਣਗੇ। ਅੰਤ ਸਮੈ ਜਮ ਕੋ ਨਾ ਭਿਖੈ। ਅੰਤਲਾ ਜਦੋਂ ਸਮਾਂ ਆਵੇਗਾ ਗੁਰੂ ਕੇ ਸਿੱਖਾਂ ਨੂੰ ਫਿਰ ਜਮ ਨਹੀਂ ਪੋ ਸਕਣਗੇ। ਸੋ ਨਾਮ ਸੁਣੈ ਸੁਤ ਭਾਣ ਡਰਿਓ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਦਾ ਨਾਮ ਸੁਣ ਕੇ ਭੱਟ ਕਹਿੰਦੇ ਨੇ ਸੁਤ ਪੁੱਤਰ ਭਾਣ ਸੂਰਜ ਦਾ ਪੁੱਤਰ ਯਮਰਾਜ ਵੀ ਥੜ ਥੜ ਕੰਬਦਾ ਹੈ। ਮਿਲ ਆਏ ਹਮੈ ਸੋ ਅਲੋਵਹਿੰਗੇ। ਮਹਾਰਾਜ ਜੀ ਕਹਿੰਦੇ ਹਨ ਜਮਾਂ ਦੇ ਦਰਸ਼ਨ ਨਹੀਂ ਹੋਣਗੇ ਤੇ ਸਾਨੂੰ ਆ ਕੇ ਉਹ ਸਾਡੇ ਰੂਪ ਵਿੱਚ ਹੀ ਸਮਾ ਜਾਣਗੇ। ਚਾਪਈ ਤਿਆਰ ਭਇਓ ਜਬ ਜਿਲਤ ਬੰਦਾਈ। ਜਿਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸਰੂਪ ਤਿਆਰ ਹੋ ਗਿਆ ਹੈ ਜਿਲਤ ਬੰਧਾਈ ਦੀ ਸੇਵਾ ਸੰਪੂਰਨ ਹੋਈ ਹੈ। ਬੁੱਢੇ ਸੋ ਗੁਰ ਗਿਰਾ ਅਲਾਈ। ਉਸ ਸਮੇਂ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਸਤਿਗੁਰ ਜੀਆਂ ਨੇ ਬਚਨ ਕਹੇ ਹਨ। ਕਹੋ ਗ੍ਰੰਥ ਸਾਹਿਬ ਕਿਸ ਥਾਨਾ। ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਹਜੂਰ ਨੇ ਕਿਹਾ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਹੁਣ ਪ੍ਰਕਾਸ਼ ਕਿਸ ਜਗ੍ਹਾ ਤੇ ਕੀਤਾ ਜਾਵੇ। ਨਿਤ ਸ਼ੋਭਹਿ ਜਹੇ ਮਹਿਦ ਮਹਾਨਾ। ਜਿੱਥੇ ਸਤਿਗੁਰ ਜੀ ਨਿਤਾ ਪ੍ਰਤੀ ਸੋਭਤ ਸੋਭਾ ਪਾਉਣ ਤੇ ਭਾਰੀ ਪ੍ਰਤਾਪ ਸਤਿਗੁਰ ਜੀਆਂ ਦਾ ਜਗਤ ਵਿੱਚ ਫੈਲੇ। ਹਾਥ ਜੋਰ ਤਿਨ ਤਬਹਿ ਬਖਾਨੋ। ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀਆਂ ਨੇ ਹੱਥ ਜੋੜ ਲਏ ਹਨ ਤੇ ਹਜੂਰ ਦੇ ਅੱਗੇ ਬੜੀ ਨਿਮਰਤਾ ਦੇ ਨਾਲ ਬਾਬਾ ਜੀ ਬੇਨਤੀ ਕਰਦੇ ਹਨ। ਸ੍ਰੀ ਗੁਰ ਤੁਮ ਤੇ ਕੌਣ ਸਿਆਣੋ। ਹਜੂਰ ਮਹਾਰਾਜ ਜੀ ਭਲਾ ਤੁਹਾਡੇ ਤੋਂ ਕੌਣ ਸਿਆਣਾ ਹੋ ਸਕਦਾ ਹੈ। ਹਜੂਰ ਆਪ ਸਭ ਜਾਣਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਕਿੱਥੇ ਕਰਨਾ ਹੈ। ਪਰ ਫਿਰ ਵੀ ਸਤਿਗੁਰ ਜੀ ਸੇਵਕ ਨੂੰ ਵਡਿਆਈ ਬਖਸ਼ਦੇ ਹਨ। ਸਦਾ ਆਪਣੇ ਸੁੱਖਾਂ ਦਾ ਸਿੱਖਾਂ ਦਾ ਕਲਿਆਣ ਕਰਦੇ ਨੇ ਸਤਿਗੁਰ ਜੀ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਨੇ ਹਜੂਰ ਆਪ ਤਾਂ ਅੰਤਰਜਾਮੀ ਹੋ ਸਤਿਗੁਰ ਜੀ ਪਰ ਫਿਰ ਵੀ ਜੇ ਸਾਨੂੰ ਦਾਸਾਂ ਨੂੰ ਆਪ ਪੁੱਛਦੇ ਹੋ। ਤਉ ਸੁਨੋ ਸਰ ਸੁਦਾ ਮਝਾਰਾ। ਮਹਾਰਾਜ ਜੀ ਜੋ ਸਰ ਸੁਦਾ ਸਰ ਨਾਮ ਹੈ ਸਾਧ ਸੰਗਤ ਜੀ ਸਰੋਵਰ ਦਾ ਸੁਦਾ ਅੰਮ੍ਰਿਤ ਇਹ ਅੰਮ੍ਰਿਤ ਸਰ ਜੋ ਨਾਮ ਹੈ ਇਸ ਦਾ ਮਤਲਬ ਹੈ ਅੰਮ੍ਰਿਤ ਦਾ ਸਰ ਸਰੋਵਰ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਹਜੂਰ ਜੋ ਅੰਮ੍ਰਿਤ ਸਰ ਹਰਿਮੰਦਰ ਸਾਹਿਬ ਹੈ। ਹਰਿਮੰਦਰ ਸੁੰਦਰ ਦਰਬਾਰਾ। ਜੋ ਹਰੀ ਦਾ ਮੰਦਰ ਹੈ ਜਿਹੜਾ ਸੁੰਦਰ ਦਰਬਾਰ ਸਾਹਿਬ ਆਪ ਜੀਆਂ ਨੇ ਰਚਿਆ ਹੈ। ਸਦਾ ਸਥਾਪਨ ਗ੍ਰੰਥ ਸੋ ਲਾਇਕ। ਉਸ ਜਗ੍ਹਾ ਤੇ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਦਾ ਸਥਾਪਨ ਰਹਿਣਗੇ ਤੇ ਉਥੇ ਮਹਾਰਾਜ ਜੀ ਸੁੰਦਰ ਜਗ੍ਹਾ ਹੈ। ਸ਼ੋਭੇ ਗੋ ਇਮਤਾਹਾਂ ਸੁਭਾਵਿਕ। ਉਥੇ ਭਾਰੀ ਸ਼ੋਭਾ ਪਾਉਣਗੇ ਤੇ ਉਹ ਸਥਾਨ ਮਹਾਰਾਜ ਜੀ ਬੜਾ ਹੀ ਸੁੰਦਰ ਹੈ। ਸਹਿਜਾ ਸ਼ੇਸ਼ ਸਮੁੰਦਰ ਮਝਾਰੇ। ਜਿਸ ਤਰ੍ਹਾਂ ਕਵੀ ਜੀ ਅਲੰਕਾਰ ਬੰਨ ਕੇ ਹੁਣ ਦੱਸਦੇ ਨੇ ਜਿਸ ਤਰ੍ਹਾਂ ਸ਼ੇਸ਼ ਨਾਗ ਦੀ ਸੇਜਾ ਤੇ ਸਮੁੰਦਰ ਦੇ ਵਿੱਚ ਜਥਾ ਸ਼ੇਖ ਸਾਈਂ ਸ਼ਬਦ ਧਾਰੇ। ਜਿਸ ਤਰ੍ਹਾਂ ਵਿਸ਼ਨੂੰ ਉਹਦੇ ਤੇ ਲੇਟਦਾ ਹੈ ਭਾਰੀ ਉਹਦੀ ਸ਼ੋਭਾ ਹੁੰਦੀ ਹੈ ਇਹ ਕਵੀ ਜੀ ਅਲੰਕਾਰ ਬੰਨਦੇ ਹਨ। ਮਨਹੁ ਬੀਚ ਬੈਕੁੰਠ ਸੋ ਮੰਦਰ। ਮਾਨੋ ਕਿ ਸਵਰਗਾਂ ਦੇ ਵਿੱਚ ਜਿਸ ਤਰ੍ਹਾਂ ਮੰਦਰ ਹੋਵੇ ਵਿਸ਼ਨੂੰ ਬਿਰਾਜਹਿ ਸ਼ਬ ਸੋ ਅੰਦਰ। ਤੇ ਵਿਸ਼ਨੂੰ ਉਹਦੇ ਚ ਬਿਰਾਜਿਆ ਹੋਵੇ ਹਜੂਰ ਐਸੀ ਸ਼ੋਭਾ ਵੱਧ ਇਸ ਤੋਂ ਪਵੇਗੀ। ਸੁਨਤ ਪ੍ਰਸੰਨ ਗੁਰੂ ਬਹੁ ਪਏ। ਉਸ ਸਮੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ
ਐਸੇ ਬਚਨ ਸੁਣ ਕੇ ਬੜੇ ਹੀ ਸਤਿਗੁਰ ਜੀ ਪ੍ਰਸੰਨ ਹੋਏ ਹਨ ਜਥਾ ਜੋਗ ਇਨ ਵਰਣਨ ਕਏ ਕਿ ਧੰਨ ਬਾਬਾ ਬੁੱਢਾ ਸਾਹਿਬ ਜੀਆਂ ਨੇ ਯਥਾ ਯੋਗ ਵਰਣਨ ਕੀਤਾ ਹੈ ਕਿ ਹਰਮੰਦਰ ਸਾਹਿਬ ਹੀ ਉਚਿਤ ਅਸਥਾਨ ਹੈ। ਬਣਿਓ ਸੁਦਾਸਰ ਬੀਚ ਹਰਮੰਦਰ ਜਿਹੜਾ ਸੁਦਾਸਰ ਅੰਮ੍ਰਿਤ ਦੇ ਸਰੋਵਰ ਦੇ ਵਿਚਕਾਰ ਜਿਹੜਾ ਹਰਮੰਦਰ ਸਾਹਿਬ ਸੋਭਾ ਪਾ ਰਿਹਾ ਹੈ, ਇਹ ਸਮ ਨਹੀਂ ਤ੍ਰਿਲੋਕੀ ਅੰਦਰ। ਉਸ ਦੇ ਸਮ ਤਾਂ ਕੋਈ ਜਗ੍ਹਾ ਤ੍ਰਿਲੋਕੀ ਵਿੱਚ ਨਹੀਂ ਹੈਗੀ। ਭਾਵ ਤਿੰਨੇ ਲੋਕ ਧਰਤੀ ਆਕਾਸ਼ ਤੇ ਪਤਾਲ ਦੇ ਵਿੱਚ ਐਸੀ ਜਗ੍ਹਾ ਨਹੀਂ ਹੈਗੀ। ਡਿਠੈ ਸਭੈ ਥਾਵ ਨਹੀਂ ਤੁਧ ਜੇਹਿਆ। ਤਥਾ ਗ੍ਰੰਥ ਸਾਹਿਬ ਸ਼ੁਭ ਰਚਿਓ। ਤੇ ਬਾਬਾ ਬੁੱਢਾ ਸਾਹਿਬ ਜੀਆਂ ਦੇ ਬਚਨ ਸੁਣ ਕੇ ਹਜੂਰ ਨੇ ਫੁਰਨਾ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵੀ ਇਸੇ ਤਰ੍ਹਾਂ ਸ਼ੁਭ ਹਨ। ਸਰਬੋਤਮ ਹਰ ਨਾਮਨ ਖਚਿਓ। ਜਿਹੜੇ ਸਰਬ ਉੱਤਮ ਹਨ, ਗੁਰੂ ਹਨ। ਜਿਸ ਤਰ੍ਹਾਂ ਹੀਰੇ ਤੇ ਮੋਤੀ ਜੜੇ ਹੁੰਦੇ ਹਨ, ਮਹਾਰਾਜ ਜੀਆਂ ਵਿੱਚ ਹਰੀ ਦੇ ਨਾਮ ਦੇ ਹੀਰੇ ਮੋਤੀ ਹੀ ਜੜੇ ਹੋਏ ਹਨ। ਇਸ ਤਰ੍ਹਾਂ ਹਜੂਰ ਨੇ ਸਾਧ ਸੰਗਤ ਜੀ ਮਣੇ ਮਨ ਇੱਕ ਦਿਨ ਪਹਿਲਾਂ ਸੋਚ ਲਿਆ ਹੈ ਕਿ ਸ੍ਰੀ ਹਰਮੰਦਰ ਸਾਹਿਬ ਵਾਲਾ ਜੋ ਸਥਾਨ ਹੈ ਉਥੇ ਸਾਧ ਸੰਗਤ ਜੀ ਸਤਿਗੁਰ ਜੀਆਂ ਦਾ ਆ ਕੇ ਪ੍ਰਕਾਸ਼ ਕਰਨਾ ਹੈ। ਸੇਵਾ ਬਿਖੈ ਨਿਪੁਣ ਜੋ ਹੋਏ। ਤੇ ਸੇਵਕ ਨੂੰ ਮਾਣ ਬਖਸ਼ ਦਿੱਤਾ ਹੈ ਬਾਬਾ ਬੁੱਢਾ ਸਾਹਿਬ ਜੀਆਂ ਨੂੰ। ਹੁਣ ਸੋਚਦੇ ਨੇ ਕਿ ਜੋ ਸੇਵਾ ਦੇ ਵਿੱਚ ਨਿਪੁੰਨ ਹੋਣ, ਜੋ ਤਤਪਰ ਤਿਆਰ ਹੋਣ, ਕਰੀਏ ਇਹਾਂ ਸਥਾਪਨ ਸੋਏ। ਉਹਨਾਂ ਨੂੰ ਲੈ ਕੇ ਜਾਵਾਂਗੇ ਨਾਲ ਤੇ ਇੱਥੇ ਸਥਾਪਨ ਕਰਾਂਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸ੍ਰੀ ਨਾਨਕ ਕੋ ਦਰਸ਼ਨ ਕੀਨ। ਜਿਸ ਸਮੇਂ ਹਜੂਰ ਨੇ ਕਿਹਾ ਹੈ ਬਾਬਾ ਬੁੱਢਾ ਸਾਹਿਬ ਜੀ, ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸੀਸ ਤੇ ਸਵਾਰਾ ਲਵੋਗੇ। ਕਿਉਂਕਿ ਜਦੋਂ ਹਜੂਰ ਨੇ ਪੁੱਛਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸਵਾਰਾ ਕਿਸ ਨੇ ਲੈ ਕੇ ਜਾਣਾ ਹੈ, ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀਆਂ ਨੇ ਕਿਹਾ ਸੀ, ਹਜੂਰ ਨੇ ਕਿਹਾ ਸੀ ਕਿਸ ਦਾ ਸੀਸ ਸਭ ਤੋਂ ਪਵਿੱਤਰ ਹੈ। ਤਾਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਮਹਾਰਾਜ ਭਲਾ ਆਪ ਤੋਂ ਪਵਿੱਤਰ ਸੀਸ ਕਿਸ ਦਾ ਹੋ ਸਕਦਾ ਹੈ। ਉਸ ਸਮੇਂ ਹਜੂਰ ਨੇ ਕਿਹਾ, ਨਹੀਂ ਬਾਬਾ ਬੁੱਢਾ ਸਾਹਿਬ ਜੀ, ਆਪ ਜੀਆਂ ਦਾ ਸੀਸ ਸਭ ਤੋਂ ਪਵਿੱਤਰ ਹੈ। ਕਿਉਂਕਿ ਆਪ ਜੀਆਂ ਦੇ ਸੀਸ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਨੂੰ ਛੋਇਆ ਹੈ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਛੋਇਆ ਹੈ। ਸ੍ਰੀ ਨਾਨਕ ਕੋ ਦਰਸ਼ਨ ਕੀਨ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਆਪ ਜੀਆਂ ਨੇ ਦਰਸ਼ਨ ਕੀਤੇ ਹਨ। ਅਸ ਬੁੱਢਾ ਵਿੱਚ ਸੇਵ ਪ੍ਰਵੀਨ। ਇਸ ਕਰਕੇ ਹਜੂਰ ਨੇ ਜਾਣ ਲਿਆ ਹੈ ਕਿ ਸੇਵਾ ਭਾਵਨਾ ਵਿੱਚ ਵੀ ਧੰਨ ਬਾਬਾ ਬੁੱਢਾ ਸਾਹਿਬ ਜੀ ਪ੍ਰਵੀਨ ਹਨ। ਇਮ ਵਿਚਾਰ ਕਰ ਨਿੰਦਾ ਪਾਈ। ਇਸ ਤਰ੍ਹਾਂ ਵਿਚਾਰ ਕਰਕੇ ਧਰਤੀ ਤੇ ਹੀ ਆਸਣ ਲਾ ਕੇ ਸਾਰੇ ਗੁਰਸਿੱਖ ਉਸ ਰਾਤ ਬਿਰਾਜੇ ਹਨ। ਜਾਗੇ ਜਾਮਨ ਜਾਮ ਰਹਾਈ। ਜਦੋਂ ਜਾਗੇ ਹਨ ਥੋੜਾ ਜਿਹਾ ਦਿਨ ਰਹਿ ਗਿਆ ਹੈ। ਬੁੱਢਾ ਪੁਨ ਗੁਰਦਾਸ ਸੋ ਜਾਗੇ। ਤੇ ਹਜੂਰ ਦੇ ਪਿੱਛੋਂ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਤੇ ਧੰਨ ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਵੀ ਜਾਗ ਪਏ ਹਨ। ਸ੍ਰੀ ਗੁਰ ਚਰਨ ਪ੍ਰੇਮ ਮਹਿ ਪਾਗੇ। ਜਿਨ੍ਹਾਂ ਦਾ ਮਨ ਹਜੂਰ ਦੇ ਚਰਨਾ ਕਮਲਾਂ ਦੇ ਪ੍ਰੇਮ ਵਿੱਚ ਰੰਗਿਆ ਹੋਇਆ ਹੈ। ਸਾਚ ਸਰਾਮ ਸਰ ਕੀਨ ਸਨਾਨਾ। ਸਾਰੀਆਂ ਸੰਗਤਾਂ ਨੇ ਫਿਰ ਉੱਠ ਕੇ ਰਾਮਸਰ ਵਾਲੇ ਸਰੋਵਰ ਦੇ ਵਿੱਚ ਇਸ਼ਨਾਨ ਸੋਧਿਆ ਹੈ। ਬਦਰੀ ਧਰ ਬੈਠੇ ਕਰ ਧਿਆਨਾ। ਜਿਹੜੀ ਸਾਈਡ ਤੇ ਬੇਰੀ ਹੈ ਸਰੋਵਰ ਦੇ, ਜਿੱਥੇ ਸ੍ਰੀ ਸੁਖਮਣੀ ਸਾਹਿਬ ਜੀਆਂ ਦੀ ਹਜੂਰ ਨੇ ਬਾਣੀ ਰਚੀ ਹੈ, ਸਤਿਗੁਰ ਜੀ ਉੱਥੇ ਨਿਜ ਸਰੂਪ ਵਿੱਚ ਸਮਾਧੀ ਲਾ ਕੇ ਬੈਠ ਗਏ ਹਨ। ਗਵੈ ਕਟਕਾ ਲਖ ਅੰਮ੍ਰਿਤ ਕਾਲਾ। ਜਦੋਂ 2 ਘੰਟੇ ਰਹਿ ਗਏ ਹਨ ਅੰਮ੍ਰਿਤ ਵੇਲਾ ਹੋਣ ਵਿੱਚ, ਸ੍ਰੀ ਅਰਜਨ ਬਚ ਕਹਿਓ ਰਸਾਲਾ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਉਸ ਸਮੇਂ ਬਚਨ ਕਹੇ ਹਨ। ਬੁੱਢਾ ਨਿਜ ਸਿਰ ਭਰ ਤਰ ਗ੍ਰੰਥ। ਬਾਬਾ ਬੁੱਢਾ ਸਾਹਿਬ ਜੀ ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਰਚੇ ਹਨ, ਇਹ ਆਪਣੇ ਸੀਸ ਤੇ ਬਾਬਾ ਬੁੱਢਾ ਸਾਹਿਬ ਜੀ ਆਪ ਜੀ ਸਵਾਰੀ ਚੱਕ ਲਵੋ। ਆਗੇ ਚਲੋ ਸੁਦਾਸਰ ਪੰਥ। ਤੇ ਅੱਗੇ ਲੱਗ ਕੇ
ਸੁਧਾ ਸਰ ਅੰਮ੍ਰਿਤ ਸਰੋਵਰ ਹਰਿਮੰਦਰ ਸਾਹਿਬ ਦੇ ਵਿੱਚ ਆਪ ਜੀ ਉਸ ਰਸਤੇ ਨੂੰ ਹੁਣ ਚੱਲ ਪਵੋ। ਮਾਨ ਬਾਕਲ ਭਇਓ ਅਗਾਰੇ। ਆਓ ਸਾਧ ਸੰਗਤ ਜੀ ਆਪਾਂ ਵੀ ਸਤਿਗੁਰ ਜੀਆਂ ਦੇ ਨਾਲ ਚੱਲੀਏ। ਉਦੋਂ ਇਹ ਰਾਮਸਰ ਵਾਲੇ ਸਥਾਨ ਦੇ ਵਿੱਚ ਇੰਨੇ ਵਸੋ ਨਾ ਸੀ ਹੋਇਆ ਕਰਦੀ, ਜੰਗਲ ਹੋਇਆ ਕਰਦੇ ਸੀ। ਬਾਬਾ ਬੁੱਢਾ ਸਾਹਿਬ ਜੀ ਹੁਕਮ ਮੰਨ ਕੇ ਅੱਗੇ ਕਮਰ ਕੱਸਾ ਕਰਕੇ ਚੱਲ ਪਏ ਹਨ। ਚਮਰ ਗੁਰੂ ਅਰਜਨ ਕਰ ਧਾਰੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਕਰ ਕਮਲਾਂ ਦੇ ਵਿੱਚ ਸਤਿਗੁਰ ਜੀਆਂ ਨੇ ਚੌਰ ਸਾਹਿਬ ਪਕੜਿਆ ਹੈ। ਸੰਖ ਅਨਕ ਲਗ ਦੁੰਡਬ ਬਾਜੇ। ਸਿੱਖ ਸੰਗਤਾਂ ਸੰਖ ਦੁੰਦਪਾਂ ਢੋਲ ਤੇ ਨਗਾਰੇ ਨਫੀਰੀਆਂ ਵੱਜ ਰਹੀਆਂ ਹਨ। ਜੈ ਜੈਕਾਰ ਊਚ ਸੁਰ ਗਾਜੇ। ਗੁਰਬਰ ਅਕਾਲ ਜੈ ਜੈਕਾਰ ਇਤਿਆਦਿਕ ਉੱਚੀਆਂ ਧੁਨਾਂ ਉਠਾ ਕੇ ਸਿੱਖ ਸੰਗਤਾਂ ਦੇ ਮਨ ਹਿਰਦੇ ਖਿੜ ਗਏ ਹਨ। ਸੁੰਦਰ ਸ੍ਰੀ ਹਰ ਗੋਬਿੰਦ ਚੰਦ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਸੁੰਦਰਤਾ ਵਰਣਨ ਨਹੀਂ ਕੀਤੀ ਜਾ ਸਕਦੀ। ਚੰਦ ਵਰਗਾ ਮੁਖੜਾ ਸਤਿਗੁਰ ਜੀਆਂ ਦਾ ਨਾਲ ਚੱਲ ਰਹੇ ਹਨ। ਸੰਗਤ ਚਲਤ ਹੋਏ ਸ਼ੋਭ ਬਲੰਦ। ਸੰਗਤਾਂ ਹਿਰਦੇ ਵਿੱਚ ਆਨੰਦ ਹੈ ਤੇ ਪਿੱਛੇ ਪਿੱਛੇ ਰਾਮਸਰ ਵਾਲੇ ਸਥਾਨ ਤੋਂ ਚਾਲੇ ਪਾਏ ਹਨ। ਹਰ ਮੰਦਰ ਮਹਿ ਜਾਏ ਪਹੁੰਚੇ। ਜਿਸ ਸਮੇਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸਿੱਖ ਸੰਗਤਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸਰੂਪ ਬਾਬਾ ਬੁੱਢਾ ਸਾਹਿਬ ਜੀਆਂ ਨੇ ਸੀਸ ਤੇ ਸਵਾਰਾ ਲਿਆ ਹੈ ਤੇ ਹਜੂਰ ਚੌਰ ਕਰਦੇ ਪ੍ਰਵੇਸ਼ ਕੀਤੇ ਹਨ। ਰਾਗੀ ਰਾਗ ਕਰਤ ਸੁਰ ਊਚੇ। ਸ੍ਰੀ ਹਰਮੰਦਰ ਸਾਹਿਬ ਵਿਖੇ ਰਾਗੀਆਂ ਨੇ ਕੀਰਤਨ ਗਾਇਨ ਕਰ ਰਹੇ ਹਨ ਤੇ ਦਰਸ਼ਨ ਪਿਆਸ ਦੇ ਸ਼ਬਦ ਉਹਨਾਂ ਨੇ ਲਾਏ ਹਨ। ਮੰਜੀ ਸਹਿਤ ਗ੍ਰੰਥ ਤਹਿ ਥਾਪ। ਮੰਜੀ ਸਾਹਿਬ ਦੇ ਸਮੇਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਉਥੇ ਸਤਿਗੁਰ ਜੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਸਥਾਪਨਾ ਕੀਤੀ ਹੈ। ਬੈਠੇ ਨਿਕਟ ਗੁਰੂ ਤਬ ਆਪ। ਆਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਈਡ ਤੇ ਜਿੱਥੇ ਚੌਰ ਬਰਦਾਰ ਸਿੰਘ ਬੈਠਦੇ ਹਨ ਹਜੂਰ ਚੌਰ ਸਾਹਿਬ ਲੈ ਕੇ ਉੱਥੇ ਸੱਜੇ ਹਨ। ਵਾਰ ਭੋਗ ਕੋ ਸੁਣ ਮਨ ਲਾਈ। ਆਸਾ ਦੀ ਵਾਰ ਦਾ ਭੋਗ ਪਾਇਆ ਹੈ ਕੀਰਤਨੀ ਸਿੰਘਾਂ ਨੇ ਤੇ ਹਜੂਰ ਨੇ ਜਦੋਂ ਭੋਗ ਪਿਆ ਸੁਣਿਆ ਹੈ। ਸ੍ਰੀ ਅਰਜਨ ਪੁਨ ਗਿਰਾ ਅਲਾਈ। ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਬਚਨ ਕਹੇ ਹਨ। ਬੁੱਢਾ ਸਾਹਿਬ ਖੋਲੋ ਗ੍ਰੰਥ। ਧੰਨ ਬਾਬਾ ਬੁੱਢਾ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਕੀਤਾ ਜਾਵੇ। ਲੇਹੋ ਆਵਾਜ਼ ਸੁਨੇ ਸਭ ਪੰਥ। ਹੁਕਮਨਾਮਾ ਸਾਹਿਬ ਲਿਆ ਜਾਵੇ ਤੇ ਸਾਰਾ ਪੰਥ ਮਿਲ ਕੇ ਇਹ ਹੁਕਮਨਾਮਾ ਸਾਹਿਬ ਸ਼ਰਵਣ ਕਰੇ। ਸੁਨ ਗੁਰ ਬਚਨ ਰੁਚਰ ਮਨ ਲਾਇਕ। ਉਸ ਸਮੇਂ ਹਜੂਰ ਦੇ ਬਚਨ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਆਪਣਾ ਮਨ ਲਾ ਕੇ ਬੜੇ ਪ੍ਰੇਮ ਤੇ ਸ਼ਰਧਾ ਦੇ ਨਾਲ ਸਤ ਬਾਕ ਮੁਖ ਜਲਜ ਅਲਾਇਕ। ਆਪਣੇ ਮੁਖ ਤੋਂ 7 ਬਚਨ ਕਹਿ ਕੇ ਹਜੂਰ ਦੀ ਆਗਿਆ ਦਾ ਪਾਲਨ ਕਰਦੇ ਹੋਏ ਸੇਵਾ ਕਰਨ ਲੱਗੇ ਹਨ। ਅਦਬ ਸੰਗ ਤਬ ਗ੍ਰੰਥ ਸੋ ਖੋਲਾ। ਬੜੇ ਹੀ ਅਦਬ ਦੇ ਨਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਕੀਤਾ ਹੈ। ਲੈ ਆਵਾਜ਼ ਬੁੱਢਾ ਮੁਖ ਬੋਲਾ। ਮੁਖਾਰ ਬਿੰਦ ਤੋਂ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਹੁਕਮਨਾਮਾ ਸਾਹਿਬ ਲੈ ਰਹੇ ਹਨ। ਸੂਹੀ ਮਹੱਲਾ ਪੰਜਵਾ। ਉਸ ਸਮੇਂ ਜੋ ਹੁਕਮਨਾਮਾ ਸਾਹਿਬ ਆਇਆ ਹੈ ਸੂਹੀ ਮਹੱਲਾ ਪੰਜਵਾ ਸੂਈ ਰਾਗ ਵਿੱਚ ਜਗਤ ਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ। ਸੰਤਾ ਕੇ ਕਾਰਜ ਆਪ ਖਲੋਇਆ। ਤੂੰ ਹੀ ਮਹੱਲਾ ਪੰਜਵਾ। ਪੜ੍ਹ ਦੋ ਸਾਰਾ। ਸੰਤਾ ਕੇ ਕਾਰਜ ਆਪ ਖਲੋਇਆ। ਹਰ ਕੰਮ ਕਰਾਵਣ ਆਇਆ RAM। ਧਰਤ ਸੁਹਾਵੀ ਧਾਲ ਸੁਹਾਵਾ। ਵਿੱਚ ਅੰਮ੍ਰਿਤ ਜਲ ਛਾਇਆ RAM। ਇਹ ਹੁਕਮਨਾਮਾ ਸਾਹਿਬ ਸਾਧ ਸੰਗਤ ਜੀ ਉਸ ਸਮੇਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਇਆ ਹੈ ਤੇ ਸੁਨਹਿਰੀ ਅੱਖਰਾਂ ਦੇ ਵਿੱਚ ਜਦੋਂ ਆਪਾਂ ਸਤਿਗੁਰ ਜੀਆਂ ਦੇ ਦਰਸ਼ਨ ਕਰਨ ਜਾਂਦੇ ਹਾਂ ਅੰਦਰ ਇੱਕ ਸਾਈਡ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੀ ਦੁਆਰ ਤੇ ਵੀ ਉਕਰਿਆ ਹੋਇਆ ਹੈ ਸੁਨਹਿਰੀ ਅੱਖਰਾਂ ਵਿੱਚ ਇਹ ਹੁਕਮਨਾਮਾ ਸਾਹਿਬ। ਤੇ ਇਸ ਦੀ ਉਥਾਨਕਾ ਇਸ ਤਰ੍ਹਾਂ ਆਉਂਦੀ ਹੈ ਸੰਪਰਦਾ ਦੇ ਵਿੱਚ ਵੀ, ਜਿਸ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੀ ਸੇਵਾ ਕਰਾ ਰਹੇ ਹਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਸ ਸਮੇਂ ਸਾਧ ਸੰਗਤ ਜੀ ਜਿੱਥੇ ਅੱਜ ਹਰ ਕੀ ਪੌੜੀ ਹੈ, ਇੱਥੇ ਕਹਿੰਦੇ ਹਨ ਬੜਾ ਹੀ ਸਖਤ ਥਾਨ ਆ ਗਿਆ ਸੀ ਤੇ ਗਰਮੀ ਦੇ ਨਾਲ ਕਈ ਨਹੀਂ ਚੱਲ ਸਕੀ ਤੇ ਥਾਂ ਵੀ ਨਹੀਂ ਸੀ ਪੁੱਟਿਆ ਜਾ ਰਿਹਾ। ਉਸ ਸਮੇਂ ਉਸ ਦਿਨ ਸੇਵਾ ਰੋਕ ਕੇ ਜਿਸ ਦਿਨ ਅਗਲੇ ਦਿਨ ਗੁਰੂ ਜੀ ਆਏ ਹਨ, ਕੀ ਦੇਖਦੇ ਹਨ ਕਿ ਪਤਾ ਨਹੀਂ ਕਿੱਥੋਂ ਸੰਗਤ ਆਈ ਹੈ। ਸਿੱਖ ਸੰਗਤਾਂ ਨੇ ਹਜੂਰ ਨੂੰ ਕਿਹਾ ਮਹਾਰਾਜ ਜੀ ਉਹਨਾਂ ਨੇ ਉਹ ਸਥਾਨ ਪੁੱਟ ਦਿੱਤਾ ਹੈ। ਉਸ ਸਮੇਂ ਹਜੂਰ ਨੇ ਦੇਖ ਕੇ ਮਨ ਵਿੱਚ ਹੀ ਜਾਣ ਲਿਆ ਆਪ ਅਕਾਲ ਪੁਰਖ ਵਾਹਿਗੁਰੂ ਸੇਵਾ ਕਰਨ ਵਾਸਤੇ ਆ ਗਏ ਨੇ। 33 ਕਰੋੜ ਦੇਵੀ ਦੇਵਤੇ ਸੇਵਾ ਦੇ ਵਿੱਚ ਭਾਵ ਹਜੂਰ ਦੀ ਸਥਾਨ ਦੀ ਸੇਵਾ ਕਰਨ ਵਾਸਤੇ ਆ ਗਏ ਨੇ। ਉਸ ਸਮੇਂ ਹਜੂਰ ਨੇ ਜਦੋਂ ਅਕਾਲ ਪੁਰਖ ਵਾਹਿਗੁਰੂ ਨੂੰ ਆਪ ਸੇਵਾ ਕਰਦਿਆਂ ਹੋਇਆ ਤੱਕਿਆ ਹੈ, ਉਸ ਸਮੇਂ ਹਜੂਰ ਨੇ ਬਚਨ ਫਰਮਾਏ ਹਨ ਸੰਤਾਂ ਕੇ ਕਾਰਜ ਆਪ ਖਲੋਇਆ। ਮਹਾਰਾਜ ਜੀ ਕਹਿੰਦੇ ਹਨ ਜੋ ਇਹ ਸੰਤਾਂ ਦਾ ਕਾਰਜ ਸੀ, ਭਾਵ ਸਾਡੇ ਪਿਤਾ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਦਾ ਹਰ ਕੰਮ ਕਰਾਵਣ ਆਇਆ ਰਾਮ। ਆਪ ਅਕਾਲ ਪੁਰਖ ਵਾਹਿਗੁਰੂ ਜੀ ਇਸ ਸਥਾਨ ਤੇ ਸੇਵਾ ਕਰਨ ਵਾਸਤੇ ਆ ਗਏ ਹਨ। ਧਰਤ ਸੁਹਾਵੀ ਤਾਲ ਸੁਹਾਵਾ। ਇੱਕ ਤਾਂ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਡਿਠੇ ਸਭੈ ਥਾਵ ਨਹੀਂ ਤੁਧ ਜੇਹਿਆ, ਬਧੋ ਪੁਰਖ ਵਧਾਤੈ ਤਾਂ ਤੂੰ ਸੋਹਿਆ। ਇਹ ਆਪ ਉਸ ਕਾਲ ਪੁਰਖ ਵਾਹਿਗੁਰੂ ਨੇ ਰਚਨਾ ਕੀਤੀ ਹੈ। ਮਹਾਰਾਜ ਜੀ ਕਹਿੰਦੇ ਹਨ ਕਿ ਇੱਕ ਤਾਂ ਧਰਤੀ ਸੁਹਾਵੀ ਹੈ, ਫਿਰ ਤਾਲ ਸੁਹਾਵਾ। ਹਰਹਾ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ ਸਰ। ਉਹ ਜੋ ਹਜੂਰ ਦਾ ਸਰੋਵਰ ਹੈ ਉਹ ਵੀ ਬੜਾ ਸੁੰਦਰ ਹੈ। ਤੇ ਬਾਜਾਂ ਵਾਲੇ ਪਿਤਾ ਜੀ ਸ੍ਰੀ ਸਰਬਲੋ ਗ੍ਰੰਥ ਵਿੱਚ ਫਰਮਾਉਂਦੇ ਹਨ ਰਾਮਦਾਸ ਗੁਰ ਅਚਲ ਅਮਰ ਨਿਤ ਸੁਧਾ ਸਰੋਵਰ ਰੂਪ ਸੁਧਾਰੇ। ਹਜੂਰ ਨੇ ਤਾਂ ਉਹ ਸਰੋਵਰ ਦਾ ਰੂਪ ਹੀ ਮਾਨੋ ਧਾਰਨ ਕਰ ਲਿਆ ਹੈ। ਤੇ ਇਸ ਤਰ੍ਹਾਂ ਹੁਕਮਨਾਮੇ ਸਾਹਿਬ ਵਿੱਚ ਹਜੂਰ ਫਰਮਾਉਂਦੇ ਹਨ ਕਿ ਧਰਤ ਸੁਹਾਵੀ ਤਾਲ ਸੁਹਾਵਾ। ਹਾਂਜੀ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਤੇ ਵਿੱਚ ਅੰਮ੍ਰਿਤ ਜਲ ਸਰੋਵਰ ਦੇ ਵਿੱਚ ਅੰਮ੍ਰਿਤ ਜਲ ਹਜੂਰ ਦੀ ਕਿਰਪਾ ਨਾਲ ਛਾਇਆ ਹੈ। ਇਸੇ ਤਰ੍ਹਾਂ ਆਰੰਭ ਤੋਂ ਸੰਤਾਂ ਕੇ ਕਾਰਜ ਆਪ ਖਲੋਇਆ। ਜੇ ਅੰਤਰੀ ਵਰਥ ਜਾਣੇ ਜਾਣ, ਇਹ ਜੀਵ ਆਪਣੇ ਆਪ ਨੂੰ ਕਰਤਾ ਮੰਨਦਾ ਹੈ ਤੇ ਕਰਤਾ ਭੁਗਤਾ ਦੇ ਫਿਰ ਬੰਧਨ ਪੈ ਜਾਂਦੇ ਨੇ। ਕਿਉਂਕਿ ਜੇ ਕਰਨ ਵਾਲਾ ਮੰਨਦਾ ਹੈ ਤੇ ਫਿਰ ਭੋਗਣੇ ਵੀ ਪੈਂਦੇ ਨੇ ਉਸ ਦੇ ਕੀਤੇ ਹੋਏ ਕਰਮ ਦੇ। ਇਸੇ ਕਰਕੇ ਜਦੋਂ ਕਾਲ ਪੁਰਖ ਵਾਹਿਗੁਰੂ ਸਮੇਂ-ਸਮੇਂ ਸਿਰ ਸੰਤਾਂ ਦੀ ਰੱਖਿਆ ਕਰਨ ਆਏ ਨੇ, ਭਗਤਾਂ ਦੀ ਉਹ ਛੱਤ ਬੰਨੀ ਹੈ। ਫਿਰ ਸਾਧ ਸੰਗਤ ਜੀ ਭਗਤ ਕਬੀਰ ਜੀਆਂ ਦਾ ਜਗ ਸੰਪੂਰਨ ਕੀਤਾ ਹੈ। ਭਗਤ ਹੱਥ ਜੋੜ ਕੇ ਕਹਿੰਦੇ ਹਨ ਮਹਾਰਾਜ ਜੀ ਨਾ ਹਮ ਕੀਆ ਨਾ ਕਰਹਿਗੇ, ਨਾ ਕਰ ਸਕੈ ਸਰੀਰ। ਮਹਾਰਾਜ ਜੀ ਨਾ ਹੀ ਅਸੀਂ ਕਰ ਸਕਦੇ ਸੀ, ਨਾ ਹੀ ਮਹਾਰਾਜ ਜੀ ਸਾਡੇ ਤੋਂ ਹੋਣਾ ਸੀ। ਇਸੇ ਤਰ੍ਹਾਂ ਅੰਤਰੀਵ ਅਰਥ ਸੰਤਾਂ ਕੇ ਕਾਰਜ ਆਪ ਖਲੋਇਆ। ਜੇ ਕੋਈ ਮਹਾਰਾਜ ਜੀਆਂ ਦਾ ਪਿਆਰਾ ਸਾਧ ਸੰਗਤ ਜੀ ਬੰਦਗੀ ਵੱਲ ਚੱਲਦਾ ਹੈ, ਹਰ ਕੰਮ ਕਰਾਵਣ ਆਇਆ ਰਾਮ। ਹਜੂਰ ਕਿਰਪਾ ਕਰਦੇ ਨੇ ਤੇ ਬ੍ਰਹਮ ਗਿਆਨ ਰੂਪੀ ਜੋ ਹਰੀ ਮੰਦਰ ਹੈ ਉਹਨਾਂ ਦੇ ਹਿਰਦੇ ਵਿੱਚ ਉਸਾਰ ਦਿੰਦੇ ਨੇ। ਧਰਤ ਸੁਹਾਵੀ ਤਾਲ ਸੁਹਾਵਾ। ਇਹ ਸਰੀਰ ਰੂਪੀ ਧਰਤੀ ਵੀ ਸ਼ੋਭਾ ਪਾਉਂਦੀ ਹੈ ਕਿਉਂਕਿ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੈ। ਉਹਨਾਂ ਦੇ ਮੱਥੇ ਬੜੇ ਤੇਜ ਪ੍ਰਤਾਪ ਦੇ ਸਹਿਤ ਹੁੰਦੇ ਨੇ। ਫਿਰ ਤਾਲ ਸੁਹਾਵਾ, ਉਹਨਾਂ ਦੀ ਇਹ ਦੇਹੀ ਤਾਂ ਧਰਤੀ ਸਫਲ ਹੈ, ਫਿਰ ਰਿਦਾ ਰੂਪੀ ਸਰੋਵਰ ਉਹਨਾਂ ਦਾ ਬੜਾ ਸ਼ੋਭਾ ਪਾਉਂਦਾ ਹੈ। ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਵਿੱਚ ਅੰਮ੍ਰਿਤ ਜਲ ਛਾ ਜਾਂਦਾ ਹੈ ਹਿਰਦੇ ਦੇ ਵਿੱਚ। ਇਸੇ ਤਰ੍ਹਾਂ ਸਾਧ ਸੰਗਤ ਜੀ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ ਰਚਿਆ ਹੈ, ਹਜੂਰ ਨੇ ਕਿਹਾ ਹੈ ਸੰਤਾਂ ਭਗਤਾਂ ਦੀ ਕਲਿਆਣ ਵਾਸਤੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ।
ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਬਾਣੀ ਹੈ, ਇਹ ਧੁਰ ਕੀ ਬਾਣੀ ਹੈ, ਆਪ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਹੈ। ਤੇ ਮਹਾਰਾਜ ਜੀ ਕਹਿੰਦੇ ਹਨ, ਜੋ ਪੜ੍ਹਦੇ ਹਨ ਇਹ ਸਤ ਸੰਗਤ ਰੂਪੀ ਧਰਤੀ ਵੀ ਸੁੰਦਰ ਹੈ, ਫਿਰ ਇਹ ਜੋ ਸਾਧ ਸੰਗ ਕੀਰਤਨ ਕਥਾ ਹੈ, ਇਹ ਸਰੋਵਰ ਵੀ ਸ਼ੋਭਾ ਪਾ ਰਿਹਾ ਹੈ। ਇਹਦੇ ਵਿੱਚ ਹਜੂਰ ਦੀ ਜੋ ਕੀਰਤਨ ਹੁੰਦਾ ਹੈ, ਸ਼ਬਦ ਕਥਾ, ਉਹ ਜਿਸ ਤਰ੍ਹਾਂ ਅੰਮ੍ਰਿਤ ਹੈ, ਭਾਰੀ ਸ਼ੋਭਾ ਪਾਉਂਦਾ ਹੈ। ਸਾਧ ਸੰਗਤ ਜੀ, ਇਹ ਸ਼ਬਦ ਜਿਸ ਤਰ੍ਹਾਂ 4 ਸਾਧ ਸੰਗਤ ਜੀ ਪੌੜੀਆਂ ਹਨ ਇਸ ਸ਼ਬਦ ਦੀਆਂ, ਇਹ ਹੁਕਮਨਾਮਾ ਸਾਹਿਬ ਆਇਆ ਸੀ ਉਸ ਸਮੇਂ, ਉਸ ਤੋਂ ਉਪਰੰਤ ਸਮਾਂ ਵਧੇਰੇ ਹੋ ਗਿਆ ਹੈ। ਜਿਸ ਤਰ੍ਹਾਂ ਹਜੂਰ ਨੇ ਫਿਰ ਉਸ ਜਗ੍ਹਾ ਤੇ ਆਸਾ ਕੀ ਵਾਰ ਦਾ ਭੋਗ ਪੈਂਦਾ ਹੈ। ਹਾਂਜੀ, ਚੌਪਈ ਚੌਪਈ ਸੁਨੋ ਸਭੂ ਤਬ ਸੀਸ ਨਿਵਾਇਓ। ਹੁਕਮਨਾਮਾ ਸਾਹਿਬ ਸੁਣ ਕੇ ਸਰਬੱਤ ਸਿੱਖ ਸੰਗਤਾਂ ਨੇ ਅਦਬ ਸਹਿਤ ਸੀਸ ਨਿਵਾਇਆ ਹੈ। ਦੀਨ ਬੰਦ ਪ੍ਰਭ 3 ਲੱਖ ਪਾਇਓ। ਦੀਨ ਬੰਦ ਭਾਵ ਦੀਨਾਂ ਦੇ ਬੰਧੂ ਰਿਸ਼ਤੇਦਾਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਵੀ ਮਾਨੂੰ ਬੜਾ ਭਾਏ ਹਨ। ਸ੍ਰੀ ਗੁਰ ਕਰਤੇ ਚਮਰ ਫਿਰੰਤਾ। ਹਜੂਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਸੀਸ ਤੇ ਚਵਰ ਸਾਹਿਬ ਦੀ ਸੇਵਾ ਕਰ ਰਹੇ ਹਨ। ਬੁੱਢਾ ਜਪਜੀ ਪਾਠ ਕਰੰਤਾ। ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸ੍ਰੀ ਜਪਜੀ ਸਾਹਿਬ ਜੀਆਂ ਦਾ ਪਾਠ ਕਰਦੇ ਹਨ। ਇਸ ਤਰ੍ਹਾਂ ਸਾਧ ਸੰਗਤ ਜੀ, ਹਜੂਰ ਨੇ ਸਭ ਮਰਿਆਦਾ ਸਥਾਪਨ ਕੀਤੀ ਹੈ। ਜਿਸ ਸਮੇਂ ਸ਼ਾਮ ਦਾ ਵਕਤ ਹੋਇਆ ਹੈ, ਫਿਰ ਸਾਧ ਸੰਗਤ ਜੀ, ਇਤਿਹਾਸ ਦੇ ਵਿੱਚ ਤਾਂ ਬਹੁਤ ਲੰਮੇਰਾ ਹੈ, ਪਰ ਸਮਾਂ ਹੋ ਗਿਆ ਹੈ। ਹਜੂਰ ਨੇ ਦੱਸਿਆ ਹੈ ਕਿਸ ਤਰ੍ਹਾਂ ਹਰਮੰਦਰ ਸਾਹਿਬ ਦਾ ਇਸ਼ਨਾਨ ਕਰਾਉਣਾ ਹੈ। ਅੱਜ ਵੀ ਇਸ਼ਨਾਨ ਸੇਵਾ ਹੁੰਦੀ ਹੈ। ਫਿਰ ਕਿਸ ਤਰ੍ਹਾਂ ਆਸਾ ਦੀ ਵਾਰ ਦੇ ਭੋਗ ਪੈਂਦੇ ਹਨ, ਗੁਰਬਾਣੀ ਜੀਆਂ ਦੇ ਪਾਠ ਹੁੰਦੇ ਹਨ। ਜਿਸ ਸਮੇਂ ਰਾਤ ਦਾ ਸਮਾਂ ਹੋਇਆ ਹੈ ਤੇ ਬਾਬਾ ਬੁੱਢਾ ਸਾਹਿਬ ਜੀਆਂ ਨੇ ਪੁੱਛਿਆ ਹੈ, ਹਜੂਰ ਮਹਾਰਾਜ ਜੀਆਂ ਦੀ ਸਵਾਰੀ ਕਿੱਥੇ ਲੈ ਕੇ ਜਾਈ ਜਾਵੇ, ਹੁਣ ਕੀ ਕੀਤਾ ਜਾਵੇ? ਉਸ ਸਮੇਂ ਹਜੂਰ ਨੇ ਕਿਹਾ ਸੀ, ਕੋਠਾ ਸਾਹਿਬ ਵਾਲੇ ਸਥਾਨ ਤੇ ਲੈ ਕੇ ਜਾਣੀ ਹੈ। ਆਪਾਂ ਕੁਝ ਕੁ ਪੰਕਤੀਆਂ ਰਹਿ ਗਈਆਂ ਹਨ, ਉਹ ਸ਼ਰਵਣ ਕਰਦੇ ਹਾਂ। ਬਹੁਰ ਸੋਹਿਲਾ ਪਾਠ ਕਰ ਪਾਸ। ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆਂ ਨੇ ਕੀਰਤਨ ਸੋਹਿਲਾ ਸਾਹਿਬ ਜੀਆਂ ਦਾ ਪਾਠ ਕੀਤਾ ਹੈ। ਉਠ ਤਬ ਸਭ ਕੀ ਨਸ ਅਰਦਾਸ। ਉੱਠ ਕੇ ਅਰਦਾਸ ਕੀਤੀ ਹੈ, ਮਹਾਰਾਜ ਜੀ ਆਗਿਆ ਬਖਸ਼ੋ, ਹਜੂਰ ਰਸਤੇ ਵਿੱਚ ਅੰਗ ਸੰਗ ਸਹਾਈ ਹੋਣਾ। ਆਪ ਜੀਆਂ ਨੇ ਖੁੱਲੇ ਦਰਸ਼ਨ ਦਿਦਾਰੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਆਪ ਜੀ ਹੁਣ ਸੁਖਾਸਨ ਸਾਹਿਬ ਜੀਆਂ ਲਈ ਆਪ ਜੀਆਂ ਦੇ ਸੇਵਾਦਾਰ ਮਹਾਰਾਜ ਜੀ ਤਿਆਰ ਬਰ ਤਿਆਰ ਖੜੇ ਹਨ। ਬੁੱਢੇ ਗ੍ਰੰਥ ਲੀਨ ਸਿਰ ਧਾਰੀ। ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀਆਂ ਨੇ ਫਿਰ ਸਵਾਰਾ ਆਪਣੇ ਸੀਸ ਤੇ ਲਿਆ ਹੈ। ਚਵਰ ਕਰੇ ਗੁਰ ਬਾਰੰਵਾਰੀ। ਮਹਾਰਾਜ ਜੀ ਕਦੇ ਇੱਧਰ ਨੂੰ ਚੌਰ ਕਰਦੇ ਨੇ, ਕਦੇ ਉਧਰ ਨੂੰ। ਵਾਰ-ਵਾਰ ਹਜੂਰ ਚੌਰ ਸਾਹਿਬ ਦੀ ਸੇਵਾ ਕਰ ਰਹੇ ਹਨ। ਸੰਖਨ ਕੀ ਤੁਨ ਕੀਨ ਬਿਸਾਲਾ। ਸੰਖਾਂ ਨਫੀਰਿਆਂ ਨਗਾਰਿਆਂ ਦੀ ਧੁਨ ਉੱਠੀ ਹੈ। ਬਾਦਤ ਅਪਰ ਬਜੇ ਤਿਸ ਕਾਲਾ। ਫਿਰ ਸਾਧ ਸੰਗਤ ਜੀ, ਬੇਅੰਤ ਜਿਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਹਨ, ਦੂਜੇ ਵਾਜੇ ਵੱਜੇ ਹਨ, ਨਗਾਰੇ ਧੌਂਸੇ ਆਦਿਕ। ਰਹਿ ਕੋਠਰੀ ਮਹਿ ਗੁਰ ਸਦਾ। ਉਸ ਸਮੇਂ ਉਹ ਕੋਠਾ ਸਾਹਿਬ ਵਾਲਾ ਸਥਾਨ ਜੋ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਸ਼ੋਭਾ ਪਾਉਂਦਾ ਹੈ। ਗਮਨਹਿ ਸਦਨ ਆਪਨੇ ਕਦਾ। ਮਹਾਰਾਜ ਜੀ ਉਸ ਸਥਾਨ ਤੇ ਕਵੀ ਜੀ ਕਹਿੰਦੇ ਹਨ, ਉੱਥੇ ਰਹਿੰਦੇ ਹਨ ਜਿੱਥੇ ਹਜੂਰ ਦਾ ਸੁਖਾਸਨ ਸਾਹਿਬ ਹੋਇਆ ਹੈ ਤੇ ਜਿੱਥੋਂ ਅੰਮ੍ਰਿਤ ਵੇਲੇ ਹਰ ਰੋਜ਼ ਹਜੂਰ ਦੀ ਸਵਾਰੀ ਆਉਂਦੀ ਹੈ। ਤੇ ਗੁਰੂ ਜੀ ਫਿਰ ਕਦੇ ਹੀ ਆਪਣੇ ਘਰੇ ਗੁਰੂ ਕੇ ਮਹਿਲ ਵਾਲੇ ਸਥਾਨ ਤੇ ਜਾਂਦੇ ਸੀ। ਮਹਾਰਾਜ ਜੀ ਉਸੇ ਕੋਠਾ ਸਾਹਿਬ ਵਾਲੇ ਸਥਾਨ ਤੇ ਹੀ ਬਿਰਾਜਦੇ ਹਨ। ਤੇ ਸਥਾਨ ਲੈ ਕਰ ਜਬ ਗਏ। ਮਹਾਰਾਜ ਜੀਆਂ ਦਾ ਸਰੂਪ ਜਦੋਂ ਉਸ ਸਥਾਨ ਤੇ ਲੈ ਕੇ ਗਏ ਹਨ, ਸੁਟ ਪ੍ਰਿਅੰਕ ਤਬ ਡਾਮਤ ਭਏ। ਉਸ ਸਮੇਂ ਸਾਧ ਸੰਗਤ ਜੀ, ਸੁੰਦਰ ਪੀੜਾ ਸਾਹਿਬ ਉਸ ਜਗ੍ਹਾ ਤੇ ਪਲੰਗਾ ਸਾਹਿਬ ਸ਼ੋਭਾ ਪਾਉਂਦਾ ਹੈ। ਸੇਜ ਬੰਦ ਗੁੰਫੇ ਬੜ ਜ਼ਰੀ। ਬੜੀ ਸੁੰਦਰ ਸੇਜਾ ਵਿਛਾਈ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਾਸਤੇ ਤੇ ਝਾਲਰਾਂ ਲਮਕ ਰਹੀਆਂ ਹਨ ਹੀਰੇ ਮੋਤੀਆਂ ਦੀਆਂ। ਸੁੰਦਰ ਫੂਲਨ ਮਾਲਾ ਧਰੀ। ਸੁੰਦਰ ਫੁੱਲਾਂ ਦੀਆਂ ਮਾਲਾਵਾਂ ਧਰੀਆਂ ਨੇ ਖੁਸ਼ਬੋਈ ਵਾਸਤੇ। ਤਾਹਾਂ ਨਿਵਾਸ ਗ੍ਰੰਥ ਕੋ ਕੀਨੋ। ਉਸ ਜਗ੍ਹਾ ਤੇ ਹਜੂਰ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸੁਖਾਸਨ ਸਾਹਿਬ ਕੀਤਾ
ਕੀਤਾ ਹੈ। ਸ੍ਰੀ ਗੁਰ ਪੂਤਲ ਨਿਕਟ ਅਸੀਨੋ। ਉਸ ਦਿਨ ਤੋਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਕਵੀ ਜੀ ਕਹਿੰਦੇ ਹਨ ਭੂਤਲ, ਜਦੋਂ ਹਜੂਰ ਨੇ ਉਸ ਮੰਜਾ ਸਾਹਿਬ ਜੀਆਂ ਦੇ ਥੱਲੇ ਅੱਜ ਵੀ ਚਿੱਟੀ ਚਾਦਰ ਵਿਛਦੀ ਹੈ, ਜਦੋਂ ਜਾਈਏ ਤਾਂ ਦਰਸ਼ਨ ਕਰਨਾ, ਉਸ ਜਗ੍ਹਾ ਤੇ ਮਹਾਰਾਜ ਜੀਆਂ ਨੇ ਜ਼ਮੀਨ ਤੇ ਸਤਿਗੁਰ ਜੀਆਂ ਦੇ ਅਦਬ ਵਾਸਤੇ ਹਜੂਰ ਨੇ ਚਿੱਟੀ ਚਾਦਰ ਵਿਛਾ ਕੇ ਮਹਾਰਾਜ ਜੀ ਉੱਥੇ ਬਰਾਜਿਆ ਕਰਦੇ ਸਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਅਦਬ ਵਾਸਤੇ। ਤੇ ਜੇ ਅੱਜ ਆਪਾਂ ਹਜੂਰ ਦੇ ਬਰੋਬਰ ਬੈਠ ਜਾਂਦੇ ਹਾਂ ਕੁਰਸੀਆਂ ਤੇ, ਇਹ ਸਾਧ ਸੰਗਤ ਜੀ ਸੰਗਤ ਵਿੱਚੋਂ ਖੁਸ਼ੀ ਲੈਣ ਆਉਂਦੇ ਹਾਂ, ਪਰ ਮਹਾਰਾਜ ਜੀਆਂ ਅੱਗੇ ਅਰਦਾਸ ਕਰ ਦੇਣੀ ਚਾਹੀਦੀ ਹੈ, ਹਜੂਰ ਸਮਤ ਬਲ ਬੁੱਧੀ ਸਮਰੱਥਾ ਬਖਸ਼ਿਓ, ਕਦੇ ਲੱਤਾਂ ਨਹੀਂ ਕਰਨੀਆਂ ਚਾਹੀਦੀਆਂ ਹਜੂਰ ਦੇ ਸਰੂਪ ਵੱਲ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਮਰਿਆਦਾ ਕਾਇਮ ਕੀਤੀ ਹੈ। ਹਜੂਰ ਆਪ ਜ਼ਮੀਨ ਤੇ ਭੂਤਲ ਤੇ ਸਤਿਗੁਰ ਜੀ ਬਰਾਜੇ ਹਨ। ਕਬ ਕਬ ਸਦਨ ਆਪਨੇ ਜਾਹੇ। ਕਦੇ ਹੀ ਮਹਾਰਾਜ ਜੀ ਆਪਣੇ ਸਦਨ ਗੁਰੂ ਕੇ ਮਹਿਲ ਨੂੰ ਜਾਇਆ ਕਰਦੇ ਸੀ। ਨਾਹੇ ਤਾਂ ਰਹਿ ਗ੍ਰੰਥ ਕੇ ਪਾਹੇ। ਨਹੀਂ ਤਾਂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਸ ਹੀ ਰਹਿੰਦੇ ਹਨ। ਸ੍ਰੀ ਗ੍ਰੰਥ ਸਾਹਿਬ ਕੀ ਕਥਾ। ਕਵੀ ਜੀ ਕਹਿੰਦੇ ਹਨ ਇਸ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਕਥਾ। ਪਈ ਜਥਾ ਉਚਰੀ ਮੈਂ ਤਥਾ। ਜਿਸ ਤਰ੍ਹਾਂ ਹਜੂਰ ਨੇ ਕਿਰਪਾ ਕੀਤੀ ਹੈ, ਮਹਾਰਾਜ ਜੀਆਂ ਦਾ ਬਲ ਪਾ ਕੇ ਉਚਾਰਨ ਕੀਤੀ ਹੈ। ਸੁਨਤ ਪਠਤ ਚਿਤ ਬਾਂਛਤ ਦਾਤਾ। ਜੇ ਕੋਈ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਬਾਣੀ ਸੁਣਦਾ ਹੈ, ਪੜ੍ਹਦਾ ਹੈ, ਚਿੱਤ ਦੀਆਂ ਬਾਂਛਾਂ ਮਨੋਕਾਮਨਾ ਸਭ ਪੂਰੀਆਂ ਹੁੰਦੀਆਂ ਨੇ। ਗੁਰ ਭਗਰਤ ਤੇ ਆਤਮ ਗਿਆਤਾ। ਮਹਾਰਾਜ ਜੀਆਂ ਦੇ ਚਰਨਾਂ ਨਾਲ ਉਸ ਨੂੰ ਪ੍ਰੇਮ ਪ੍ਰਗਟ ਹੁੰਦਾ ਹੈ ਤੇ ਆਤਮਾ ਦਾ ਗਿਆਨ, ਬ੍ਰਹਮ ਗਿਆਨ ਉਹਨਾਂ ਨੂੰ ਮਿਲਦਾ ਹੈ। ਸਤਿਗੁਰ ਜੀ ਕਿਰਪਾ ਕਰਨ, ਮਹਾਰਾਜ ਜੀਆਂ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਆਪ ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ। ਮਹਾਰਾਜ ਜੀਆਂ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਸਤਿਗੁਰ ਜੀ ਕਿਰਪਾ ਕਰਨ, ਅੰਮ੍ਰਿਤ ਬਾਣੀ ਗੁਰ ਕੀ ਮੀਠੀ, ਗੁਰਮੁਖ ਵਿਰਲੇ ਕਿਨੈ ਚਖ ਡੀਠੀ। ਸਤਿਗੁਰ ਜੀਆਂ ਦਾ ਉਪਦੇਸ਼ ਹਿਰਦੇ ਵਿੱਚ ਵਸੇ। ਸਤਿਗੁਰ ਜੀ ਨਾਮ ਦਾ ਰੰਗ, ਸਾਧ ਦਾ ਸੰਗ, ਨਿਸ਼ਚਾ ਭੰਗ ਬਖਸ਼ਣ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਸੁਨਤ ਪਠਤ ਚਿਤ ਬਾਂਛਤ ਦਾਤਾ। ਗੁਰ ਭਗਰਤ ਤੇ ਆਤਮ ਗਿਆਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।